ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਘਾਓ। ਖੀਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। सूरा सो पहचानिए, जो लरै दीन की हीत। पुरजा पुरजा कट मरै, कबहु ना छाड़ै खीत। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, जितने भी आप माई भाई नेमी प्रेमी दूरों नेड़ियों चल करके महापुरखों की पावन पवित्र अस्थान अथवा गुरु बाबा जियां दी सचखंड दरबार दे विच पहुँचे हो, सब सतगुरां दे चरनां दे विच हाजरियां लवाउण दे वास्ते चित बिरती नूं बाहरों इकागर करन दी खेचल करो। धन धन साहिब श्री गुरु गोबिंद सिंह जी महाराज जियां दी पावन पवित्र कथा चल रही है। पिछले प्रकरण दे विच असीं यह विचार सरवण कीती कि धन धन साहिब श्री गुरु गोबिंद सिंह जी महाराज अते तुरकां ਤੇ ਪਹਾੜੀਆਂ ਦੇ ਵਿਚਕਾਰ ਸ਼੍ਰੀ ਚਮਕੌਰ ਸਾਹਿਬ ਦਾ ਜੰਗ ਚੱਲ ਰਿਹਾ ਹੈ। ਇਸ ਜੰਗ ਦੇ ਦਰਮਿਆਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਦੋ ਯੋਧੇ ਸੂਰਮੇ, ਇੱਕ ਭਾਈ ਮਦਨ ਸਿੰਘ ਨਾਮ ਕਰਕੇ, ਦੂਸਰਾ ਭਾਈ ਕੋਠਾ ਸਿੰਘ ਨਾਮ ਕਰਕੇ, ਦੋ ਗੁਰਸਿੱਖ ਯੋਧੇ ਸੂਰਮੇ ਜੋ ਚਮਕੌਰ ਸਾਹਿਬ ਦੀ ਕੱਚੀ ਗੜੀ ਹੈ, ਇਸ ਗੜੀ ਦੇ ਮੇਨ ਗੇਟ ਤੇ ਦਰਵਾਜ਼ੇ ਤੇ ਪਹਿਰਾ ਦਿਆ ਕਰਦੇ ਸਨ। ਇਹ ਦੋਨੋਂ ਸੂਰਮੇ ਦੁਸ਼ਮਣਾਂ ਦੇ ਵਾਰ ਦੇ ਨਾਲ ਜ਼ਖਮੀ ਹੋ ਜਾਂਦੇ ਹਨ। ਜ਼ਖਮੀ ਹੋਣ ਤੋਂ ਬਾਅਦ ਦੋਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਨੂੰ ਆਗਿਆ ਦੇਵੋ ਤਾਂ ਕਿ ਅਸੀਂ ਇਸ ਗੜੀ ਤੋਂ ਬਾਹਰ ਜਾ ਕੇ ਬੈਰੀਆਂ ਦੁਸ਼ਮਣਾਂ ਦੀਆਂ ਫੌਜਾਂ ਦੇ ਵਿੱਚ ਪਹੁੰਚ ਕੇ ਉਹਨਾਂ ਦੇ ਨਾਲ ਭਿਆਨਕ ਜੰਗ ਕਰ ਸਕੀਏ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਬੜੇ ਪ੍ਰਸੰਨ ਹੋ ਕੇ ਇਹਨਾਂ ਨੂੰ ਆਗਿਆ ਦੇ ਦਿੱਤੀ। ਇਹ ਦੋਨੋਂ ਸੂਰਮੇ ਬਾਹਰ ਗਏ ਔਰ ਬਾਹਰ ਜਾਂਦਿਆਂ ਸਾਰ ਹੀ ਬੈਰੀਆਂ ਦੀਆਂ ਫੌਜਾਂ ਦੇ ਉੱਪਰ ਇਸ ਤਰ੍ਹਾਂ ਟੁੱਟ ਕੇ ਪੈ ਜਾਂਦੇ ਹਨ ਕਿ ਇਹਨਾਂ ਦੀਆਂ ਫੌਜਾਂ ਦੇ ਵਿੱਚ ਤਰਥੱਲੀ ਮਚਾ ਦਿੰਦੇ ਹਨ। ਬਹੁਤ ਸਾਰੇ ਤੁਰਕਾਂ ਮੁਗਲਾਂ ਨੂੰ ਮਾਰਨ ਤੋਂ ਬਾਅਦ, ਕਾਫੀ ਜੰਗ ਕਰਨ ਤੋਂ ਬਾਅਦ ਇਹ ਦੋਨੇ ਯੋਧੇ ਸੂਰਮੇ ਵੀ ਸ਼ਹੀਦ ਹੋ ਜਾਂਦੇ ਹਨ। ਇਹਨਾਂ ਤੋਂ ਬਾਅਦ ਸਤਿਗੁਰਾਂ ਦੇ ਯੋਧੇ ਸੂਰਮੇ ਭਾਈ ਖਜ਼ਾਨ ਸਿੰਘ ਨਾਮ ਕਰਕੇ, ਭਾਈ ਦਾਨ ਸਿੰਘ ਅਤੇ ਭਾਈ ਧਿਆਨ ਸਿੰਘ, ਤਿੰਨੋਂ ਜਣੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ ਅਸੀਂ ਵੀ ਇਸ ਗੜੀ ਤੋਂ ਬਾਹਰ ਜਾ ਕੇ ਜੰਗ ਕਰਨਾ ਚਾਹੁੰਦੇ ਹਾਂ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਇਹਨਾਂ ਨੂੰ ਵੀ ਆਗਿਆ ਦੇ ਦਿੱਤੀ, ਕਿਉਂਕਿ ਇਸ ਅਸਥਾਨ 'ਤੇ ਕਈ ਦਿਨਾਂ ਦਾ ਜੋ ਜੰਗ ਲੱਗਿਆ ਰਿਹਾ, ਤਾਂ ਇਸ ਜੰਗ ਦੇ ਦਰਮਿਆਨ ਸਤਿਗੁਰੂ ਮਹਾਰਾਜ ਜੀਆਂ ਦੇ ਯੋਧੇ ਸੂਰਮੇ ਪੰਜ ਦੇ ਜਥੇ ਬਣਾ ਕੇ ਇਸ ਗੜੀ ਤੋਂ ਬਾਹਰ ਨਿਕਲਿਆ ਕਰਦੇ ਸਨ। ਜੋ ਤੁਰਕਾਂ ਅਤੇ ਪਠਾਣਾਂ ਪਹਾੜੀਆਂ ਇਹਨਾਂ ਦੀ ਸੈਨਾ ਦੇ ਵਿੱਚ ਪਹੁੰਚ ਕੇ
ਬੜਾ ਭਿਆਨਕ ਜੰਗ ਕਰਦੇ ਔਰ ਆਖਰਕਾਰ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ। ਜਦ ਭਾਈ ਮਦਨ ਸਿੰਘ, ਭਾਈ ਕੋਠਾ ਸਿੰਘ, ਭਾਈ ਖਜਾਨ ਸਿੰਘ, ਭਾਈ ਦਾਨ ਸਿੰਘ, ਭਾਈ ਧਿਆਨ ਸਿੰਘ, ਇਹ ਪੰਜੇ ਯੋਧੇ ਸੂਰਮੇ ਸ਼ਹੀਦ ਹੋ ਜਾਂਦੇ ਹਨ ਔਰ ਤੁਰਕਾਂ ਮੁਗਲਾਂ ਦੀਆਂ ਫੌਜਾਂ ਇਸ ਗੜੀ ਦੇ ਬੜਾ ਨੇੜੇ ਢੁਕਣ ਦੀ ਕੋਸ਼ਿਸ਼ ਕਰਦੀਆਂ ਹਨ। ਤਾਂ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਮੋਹਕਮ ਸਿੰਘ ਜੀ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ ਕਿ ਸੱਚੇ ਪਾਤਸ਼ਾਹ ਇਹਨਾਂ ਦੁਸ਼ਮਣਾਂ ਦੀਆਂ ਫੌਜਾਂ, ਪਹਾੜੀਆਂ ਤੁਰਕਾਂ ਦੀਆਂ ਫੌਜਾਂ ਗੜੀ ਦੇ ਬੜਾ ਨਜ਼ਦੀਕ ਆਉਣ ਲੱਗ ਗਈਆਂ ਹਨ ਔਰ ਉਹ ਪੰਜੇ ਯੋਧੇ ਸੂਰਮੇ ਸ਼ਹੀਦ ਹੋਏ ਦੇਖ ਕੇ ਮੇਰੇ ਮਨ ਦੇ ਵਿੱਚ ਵੀ ਬੜਾ ਵੀਰ ਰਸ ਜਾਗਿਆ ਹੈ। ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਆਗਿਆ ਦੇਵੋ ਕਿ ਮੈਂ ਇਕੱਲਾ ਹੀ ਉਹਨਾਂ ਦੀਆਂ ਫੌਜਾਂ ਦੇ ਵਿੱਚ ਜਾਵਾਂ ਤੇ ਉਹਨਾਂ ਦਾ ਨਾਸ਼ ਕਰਾਂ ਤੇ ਉਹਨਾਂ ਨੂੰ ਇਸ ਗੜੀ ਤੋਂ ਦੂਰ ਹਟਾ ਦੇਵਾਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਤਾਂ ਕਹਿਣ ਲੱਗੇ, ਹਾਂ ਭਾਈ ਮੋਹਕਮ ਸਿੰਘ ਜੀ, ਤੁਸੀਂ ਜਾਓ, ਇਕੱਲੇ ਜਾਣਾ ਚਾਹੁੰਦੇ ਹੋ ਤੇ ਇਕੱਲੇ ਜਾਓ ਤੇ ਨਾਲੇ ਇਹ ਵੀ ਬਚਨ ਪੂਰਾ ਕਰ ਦਿਓ, ਸਿੱਧ ਕਰ ਦਿਓ ਜੋ ਸਤਿਗੁਰਾਂ ਬਚਨ ਕੀਤਾ ਸੀ, 1.25 ਲੱਖ ਸੇ ਏਕ ਲੜਾਊਂ, ਤੇ ਇਸ ਬਚਨ ਨੂੰ ਵੀ ਤੁਸੀਂ ਪੂਰਾ ਕਰ ਦਿਓ। ਤਾਂ ਸਤਿਗੁਰੂ ਮਹਾਰਾਜ ਜੀਆਂ ਦੀ ਆਗਿਆ ਲੈ ਕੇ ਭਾਈ ਮੋਹਕਮ ਸਿੰਘ ਜੀ ਜਾਂਦੇ ਹਨ ਔਰ ਜਾਂਦਿਆਂ ਸਾਰ ਹੀ ਉਹਨਾਂ ਤੁਰਕਾਂ ਪਹਾੜੀਆਂ ਦੀਆਂ ਫੌਜਾਂ ਦੇ ਉੱਪਰ ਐਸਾ ਭਿਆਨਕ ਹਮਲਾ ਕਰਦੇ ਹਨ ਕਿ ਜਿਸ ਹਮਲੇ ਨੂੰ ਦੇਖ ਕੇ ਇਹ ਪਹਾੜੀ ਅਤੇ ਤੁਰਕ ਦੰਗ ਰਹਿ ਜਾਂਦੇ ਹਨ। ਭਾਈ ਮੋਹਕਮ ਸਿੰਘ ਜੀਆਂ ਨੇ ਇਕੱਲਿਆਂ ਨੇ ਹੀ ਬੜੀ ਭਾਰੀ ਗਿਣਤੀ ਦੇ ਵਿੱਚ ਤੁਰਕਾਂ, ਪਹਾੜੀਆਂ, ਮੁਗਲਾਂ ਇਹਨਾਂ ਦੀਆਂ ਫੌਜਾਂ ਦਾ ਨਾਸ਼ ਕੀਤਾ। ਜਿਸ ਪਾਸੇ ਵੀ ਦੌੜ ਕੇ ਜਾਂਦੇ ਹਨ ਉਧਰਲੇ ਪਾਸੇ ਹੀ ਸਾਰੀ ਜਗ੍ਹਾ ਵਿਹਲੀ ਕਰ ਦਿੰਦੇ ਹਨ। ਬੜੇ ਸਾਰਿਆਂ ਨੂੰ ਅਰ ਸਦਾ ਦੀ ਨੀਂਦ ਸਵਾ ਦਿੰਦੇ ਹਨ ਤੇ ਬਹੁਤ ਸਾਰੇ ਇਹ ਭਿਆਨਕ ਜੰਗ ਦੇਖ ਕੇ ਦੂਰ ਦੂਰ ਦੌੜ ਜਾਂਦੇ ਹਨ, ਭੱਜ ਜਾਂਦੇ ਹਨ। ਗੱਤਕੇਬਾਜ਼ੀ ਦੇ ਤਰੀਕੇ ਦੇ ਨਾਲ ਛਾਲਾਂ ਮਾਰਦੇ ਹੋਏ ਭਾਈ ਮੋਹਕਮ ਸਿੰਘ ਜੀ ਜਿੱਧਰ ਨੂੰ ਵੀ ਜਾਂਦੇ ਹਨ ਉਧਰ ਹੀ ਜਗ੍ਹਾ ਵਿਹਲੀ ਕਰ ਦਿੰਦੇ ਹਨ। ਇਸ ਗੜੀ ਤੋਂ ਤੁਰਕਾਂ ਮੁਗਲਾਂ ਦੀਆਂ ਫੌਜਾਂ ਨੂੰ ਬੜੀ ਦੂਰ ਦੂਰ ਹਟਾ ਦਿੱਤਾ, ਇਕੱਲੇ ਇੱਕੋ ਹੀ ਸਿੰਘ ਨੇ। ਤਾਂ ਤੁਰਕਾਂ ਮੁਗਲਾਂ ਦੀਆਂ ਫੌਜਾਂ ਇਹ ਦੇਖ ਕੇ ਬੜੇ ਹੈਰਾਨ ਹੋਏ। ਇਹਨਾਂ ਦੇ ਜੋ ਸਰਦਾਰ ਸਨ, ਇਹ ਖਵਾਜਾ ਮਰਦੂਦ ਵਰਗੇ, ਨਾਹਰ ਖਾਂ ਵਰਗੇ, ਇਹ ਸਾਰੇ ਦੇ ਸਾਰੇ ਆਪਣੀਆਂ ਫੌਜਾਂ ਨੂੰ ਲਲਕਾਰਦੇ ਹੈ ਕਿ ਤੁਹਾਨੂੰ ਕੀ ਹੋ ਗਿਆ, ਇਹ ਤਾਂ ਗੁਰੂ ਕਾ ਇੱਕ ਹੀ ਯੋਧਾ ਸੂਰਮਾ, ਤੁਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਤੇ ਆਪਣੀਆਂ ਸੈਨਾ ਨੂੰ ਵੱਢੀ ਜਾ ਰਿਹਾ ਹੈ, ਮਾਰੀ ਜਾ ਰਿਹਾ ਹੈ। ਤਾਂ ਇਸ ਤਰ੍ਹਾਂ ਦੇਖ ਕੇ ਹੈਰਾਨ ਵੀ ਹੁੰਦੇ ਅਤੇ ਆਪਣੀਆਂ ਫੌਜਾਂ ਨੂੰ ਲਲਕਾਰ ਕੇ ਅੱਗੇ ਵਧਾਉਂਦੇ। ਤਾਂ ਫਿਰ ਵੀ ਇਕੱਲੇ ਹੀ ਭਾਈ ਮੋਹਕਮ ਸਿੰਘ ਜੀਆਂ ਨੇ ਬਹੁਤ ਸਾਰਿਆਂ ਦਾ ਨਾਸ਼ ਕੀਤਾ। ਤਾਂ ਆਖਰਕਾਰ ਇਹ ਜੰਗ ਹੁੰਦੇ ਹੁੰਦੇ ਉਧਰੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਅਟਾਰੀ ਦੇ ਉੱਪਰੋਂ ਇਹ ਆਪਣੇ ਪਿਆਰੇ ਦਾ ਜੰਗ ਹੁੰਦਾ ਦੇਖ ਰਹੇ ਸਨ ਅਤੇ ਇਸ ਨੂੰ ਵੀਰ ਰਸ ਵਿੱਚ ਆਇਆ ਦੇਖ ਕੇ ਸਤਿਗੁਰੂ ਬੜੇ ਪ੍ਰਸੰਨ ਹੋਏ। ਤਾਂ ਇਸ ਤਰ੍ਹਾਂ ਜੰਗ ਹੁੰਦਿਆਂ ਹੁੰਦਿਆਂ ਭਾਈ ਮੋਹਕਮ ਸਿੰਘ ਜੀਆਂ ਨੂੰ ਚਾਰੇ ਪਾਸਿਆਂ ਤੋਂ ਇਹਨਾਂ ਤੁਰਕਾਂ ਮੁਗਲਾਂ ਦੀਆਂ ਫੌਜਾਂ ਨੇ ਘੇਰਾ ਪਾ ਲਿਆ ਹੈ। ਇਸ ਘੇਰੇ ਦੇ ਦਰਮਿਆਨ ਬਹੁਤ ਸਾਰੇ ਸ਼ਸਤਰ ਭਾਈ ਜੀਆਂ ਦੇ ਸਰੀਰ ਦੇ ਉੱਪਰ ਲੱਗੇ। ਸਰੀਰ ਦੇ ਵਿੱਚੋਂ ਥਾਂ ਥਾਂ ਤੋਂ ਬੜਾ ਖੂਨ ਚੱਲ ਰਿਹਾ ਸੀ, ਲਹੂ ਚੱਲ ਰਿਹਾ ਸੀ ਅਤੇ ਪਹਿਨੇ ਹੋਏ ਵਸਤਰ, ਕੱਪੜੇ ਇਹ ਵੀ ਲਾਲ ਰੰਗ ਦੇ ਰੱਤੇ ਗਏ ਸਨ ਖੂਨ ਦੇ ਨਾਲ। ਤਾਂ ਆਖਰਕਾਰ ਜ਼ਖਮੀ ਹੋਇਆਂ ਨੇ ਵੀ ਬਹੁਤ ਸਾਰਿਆਂ ਦਾ ਨਾਸ਼ ਕੀਤਾ। ਤਾਂ ਇਹਨਾਂ ਨੇ ਇੱਕੋ ਦਫਾ ਹਮਲਾ ਕੀਤਾ, ਜੋ ਤਲਵਾਰਾਂ, ਨੇਜੇ, ਸੇਲੇ, ਭਾਲਿਆਂ ਦੇ ਨਾਲ। ਤਾਂ ਭਾਈ ਸਾਹਿਬ ਦਾ ਸਰੀਰ ਇਸ ਤਰ੍ਹਾਂ ਇਹਨਾਂ ਨੇ ਬਿੰਨ ਦਿੱਤਾ। ਆਖਰਕਾਰ ਇਹਨਾਂ ਦੇ ਸਨਮੁਖ ਸਾਹਮਣੇ ਹੀ ਭਾਈ ਮੋਹਕਮ ਸਿੰਘ ਜੀਆਂ ਨੇ ਸਨਮੁਖ ਹੋ ਕੇ, ਸਾਹਮਣੇ ਹੋ ਕੇ ਆਪਣੇ ਪ੍ਰਾਣ ਤਿਆਗ ਦਿੱਤੇ, ਆਪਣੀ ਬੜੀ ਮਹਾਨ ਸ਼ਹੀਦੀ ਦੇ ਦਿੱਤੀ ਹੈ। ਤਾਂ ਸਤਿਗੁਰਾਂ ਇਹ ਸਾਰਾ ਕੌਤਕ ਜੰਗ ਆਪਣੇ ਨੇਤਰਾਂ ਦੇ ਨਾਲ ਦੇਖਿਆ, ਆਪਣੇ ਯੋਧੇ ਸੂਰਮਿਆਂ ਦੀ ਬੜੀ
ਵਡਿਆਈ ਬੜੀ ਉਸਤਤ ਆਪਣੀ ਰਸਨਾ ਤੋਂ ਸਤਿਗੁਰਾਂ ਕੀਤੀ। ਤਾਂ ਇਸ ਸ਼ਹੀਦੀ ਤੋਂ ਬਾਅਦ ਹੁਣ ਸਤਿਗੁਰਾਂ ਦੇ ਹੋਰ ਯੋਧੇ ਸੂਰਮੇ ਸਤਿਗੁਰਾਂ ਦੇ ਪਿਆਰੇ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ, ਉਹ ਅੱਗੇ ਹੋ ਕੇ ਸਤਿਗੁਰਾਂ ਦੇ ਪਾਸ ਬੇਨਤੀ ਕਰਦੇ ਆ, ਸਤਿਗੁਰੂ ਸਾਨੂੰ ਵੀ ਆਗਿਆ ਦੇਵੋ, ਅਸੀਂ ਵੀ ਇਸ ਜੰਗ ਦੇ ਵਿੱਚ ਜਾ ਕੇ 2 ਹੱਥ ਦਿਖਾ ਦਈਏ। ਤਾਂ ਸਤਿਗੁਰਾਂ ਇਹਨਾਂ ਨੂੰ ਵੀ ਆਗਿਆ ਦਿੱਤੀ। ਇਹਨਾਂ ਨੇ ਵੀ ਉਸੇ ਤਰ੍ਹਾਂ ਬੜਾ ਭਿਆਨਕ ਜੰਗ ਕੀਤਾ, ਆਖਰਕਾਰ ਸ਼ਹੀਦੀ ਪ੍ਰਾਪਤ ਕਰ ਗਏ। ਇਹਨਾਂ ਤੋਂ ਬਾਅਦ ਭਾਈ ਈਸਰ ਸਿੰਘ, ਭਾਈ ਦੇਵਾ ਸਿੰਘ, 5 ਮੁਕਤੇ ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ ਅਤੇ ਸਤਿਗੁਰੂ ਮਹਾਰਾਜ ਜੀਆਂ ਤੋਂ ਆਗਿਆ ਲੈ ਕੇ ਉਹ ਵੀ ਜੰਗ ਦੇ ਵਿੱਚ ਪਹੁੰਚ ਜਾਂਦੇ ਹਨ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਨਿਰਭੈ ਚੱਲਹਿ ਵੀਰ ਵੱਡ ਮੱਤੇ। ਤਾਂ ਸਤਿਗੁਰੂ ਮਹਾਰਾਜ ਜੀਆਂ ਦੇ 5 ਯੋਧੇ ਸੂਰਮੇ ਭਾਈ ਦੇਵਾ ਸਿੰਘ, ਭਾਈ ਈਸਰ ਸਿੰਘ, ਜੋ 5 ਮੁਕਤੇ ਕਹੇ ਜਾਂਦੇ ਸਨ, ਇਹ 5 ਮੁਕਤੇ 5 ਗੁਰਸਿੱਖ ਸਤਿਗੁਰਾਂ ਤੋਂ ਆਗਿਆ ਲੈ ਕੇ ਉਸ ਜੰਗ ਦੇ ਵਿੱਚ ਗੜੀ ਤੋਂ ਬਾਹਰ ਨਿਕਲਦੇ ਹਨ। ਫਤਹਿ ਸੋ ਪਹੁੰਚ ਵੀਰ ਰਸ ਰਤੇ। ਵੀਰ ਰੰਗ ਦੇ ਵਿੱਚ ਰੱਤੇ ਹੋਏ ਇਸ ਤਰ੍ਹਾਂ ਇਹਨਾਂ ਦੀਆਂ ਫੌਜਾਂ ਦੇ ਉੱਪਰ ਟੁੱਟ ਕੇ ਪੈ ਜਾਂਦੇ ਹਨ, ਜਿਸ ਤਰ੍ਹਾਂ ਕੋਈ ਬੜਾ ਭੁੱਖਾ ਸ਼ੇਰ ਹਿਰਨਾਂ ਦੀਆਂ ਡਾਰਾਂ ਦੇ ਉੱਪਰ ਜਾ ਪੈਂਦਾ ਹੈ। ਜਿਮ ਪੰਚਹੋਂ ਪਾਂਡਵ ਬਲਵੰਤੇ। ਫੇਰ ਕਵੀ ਜੀ ਇੱਕ ਹੋਰ ਉਦਾਹਰਨ ਦਿੰਦੇ ਹਨ ਕਿ ਜਿਸ ਤਰ੍ਹਾਂ ਮਹਾਭਾਰਤ ਦੇ ਜੰਗ ਦੇ ਵਿੱਚ ਕੈਰਵਾਂ ਦੀ ਸੈਨਾ ਦੇ ਵਿੱਚ 5 ਪਾਂਡਵ ਬੜੇ ਬਲਵਾਨ ਯੋਧੇ ਸੂਰਮੇ ਪੈ ਜਾਂਦੇ ਹਨ। ਕੈਰਵਾਨ ਕੇ ਦਲ ਵਿਚਰੰਤੇ। ਕੈਰਵਾਂ ਦੇ ਦਲ ਦੇ ਵਿੱਚ ਮਹਾਭਾਰਤ ਦੇ ਜੰਗ ਦੇ ਸਮੇਂ 5 ਪਾਂਡਵ ਬੜੇ ਬਲਵਾਨ ਯੋਧੇ ਲੱਖਾਂ ਦੀ ਫੌਜ ਦੇ ਵਿੱਚ ਇਸ ਤਰ੍ਹਾਂ ਪਹੁੰਚ ਜਾਂਦੇ ਹਨ। ਪਹੁੰਚਣ ਸਾਰ ਉਹ 'ਤੇ ਤਰਥੱਲੀ ਮਚਾ ਦਿੰਦੇ ਹਨ। ਜਿੱਧਰ ਕਿੱਧਰ ਦੇਖਦੇ ਹਨ ਲੋਥਾਂ ਦੇ ਢੇਰਾਂ ਦੇ ਢੇਰ ਲਗਾ ਦਿੰਦੇ ਹਨ। ਮਾਰੇ ਤੁਰਕ ਅਨੇਕ ਬਿਹਾਲੇ। ਇਸੇ ਤਰ੍ਹਾਂ ਇਹਨਾਂ 5 ਮੁਕਤਿਆਂ ਨੇ ਇਸ ਜੰਗ ਦੇ ਵਿੱਚ ਪਹੁੰਚ ਕੇ ਬੜਾ ਭਿਆਨਕ ਜੰਗ ਕੀਤਾ, ਲੋਥਾਂ ਦੇ ਢੇਰਾਂ ਦੇ ਢੇਰ ਲਗਾ ਦਿੱਤੇ। ਔਰ ਸਾਰੇ ਜੰਗ ਦੇ ਵਿੱਚ ਜਿੱਥੇ ਲੱਖਾਂ ਦੀ ਫੌਜ ਸੀ, ਇਹਨਾਂ 5 ਨੇ ਹੀ ਬੜੀ ਤਰਥੱਲੀ ਮਚਾ ਦਿੱਤੀ ਹੈ। ਕੋ ਤਰਫਤ ਕਿਹ ਪ੍ਰਾਨ ਨਿਕਾਲੇ। ਹੁਣ ਇਸ ਜੰਗ ਦੇ ਦਰਮਿਆਨ ਬਹੁਤ ਸਾਰੇ ਤੇ ਤੜਫ ਰਹੇ ਸਨ, ਜਿਨ੍ਹਾਂ ਦੇ ਕਿਸੇ ਦੇ ਹੱਥ ਬਾਂਹ ਵੱਢੀ ਗਈ ਹੈ, ਕਿਸੇ ਦਾ ਪੈਰ ਵੱਢਿਆ ਗਿਆ ਹੈ। ਉਹ ਬਹੁਤ ਉੱਚੀ ਉੱਚੀ ਕਰਲਾਉਂਦੇ ਹਨ, ਬਿਲਕਦੇ ਹਨ ਅਤੇ ਤੜਫਦੇ ਹੋਏ ਧਰਤੀ ਤੇ ਡਿੱਗੇ ਪਏ ਹਨ। ਤਛਾ ਮੁਛ ਕਰਤੇ ਬਹੁ ਫਿਰੇ। ਇਹ 5 ਗੁਰੂ ਕੇ ਯੋਧੇ ਸੂਰਮੇ ਇਸ ਜੰਗ ਦੇ ਵਿੱਚ ਕਟਾ ਵੱਢੀ ਕਰਦੇ ਫਿਰਦੇ ਹਨ। ਓਰੜ ਭਟਨ ਵਿਖੈ ਪੁਨ ਘਿਰੇ। ਤਾਂ ਆਖਰਕਾਰ ਕੀ ਹੋਇਆ, ਇਹ ਜੰਗ ਕਰਦੇ ਕਰਦੇ ਭਾਵੇਂ ਇਹਨਾਂ ਦੇ ਸਰੀਰਾਂ ਤੇ ਵੀ ਬੜੇ ਜ਼ਖਮ ਹੋ ਚੁੱਕੇ ਸਨ, ਬੜੇ ਸ਼ਸਤਰਾਂ ਦੇ ਵਾਰ ਲੱਗ ਚੁੱਕੇ ਸਨ, ਸਰੀਰ ਦੇ ਵਿੱਚੋਂ ਬੜਾ ਖੂਨ ਨਿਕਲ ਕੇ ਇਹਨਾਂ ਦੇ ਵੀ ਕੱਪੜੇ ਉਹ ਪਹਿਲਾਂ ਵਾਲੇ ਯੋਧੇ ਸੂਰਮਿਆਂ ਦੀ ਤਰ੍ਹਾਂ ਲਾਲ ਰੰਗ ਦੇ ਰੱਤੇ ਗਏ ਸਨ। ਤਾਂ ਇਸੇ ਤਰ੍ਹਾਂ ਜੰਗ ਕਰਦੇ ਕਰਦੇ ਇਹ ਉਹਨਾਂ ਬੈਰੀਆਂ ਦੀਆਂ ਫੌਜਾਂ ਦੇ ਵਿੱਚ ਘੇਰੇ ਜਾਂਦੇ ਹਨ ਚਾਰੇ ਪਾਸਿਆਂ ਤੋਂ, ਕਿਉਂਕਿ ਇੱਕ ਪਾਸੇ ਇਹ 5 ਸੂਰਮੇ ਹਨ, ਦੂਸਰੇ ਪਾਸੇ ਲੱਖਾਂ ਦੀ ਫੌਜ ਹੈ। ਬੜਿਆਂ ਨੂੰ ਸਦਾ ਦੀ ਨੀਂਦ ਸਮਾਉਣ ਤੋਂ ਬਾਅਦ ਇਹ 5 ਯੋਧੇ ਸੂਰਮੇ ਇਹਨਾਂ ਦੀ ਫੌਜ ਦੇ ਵਿੱਚ ਘੇਰੇ ਜਾਂਦੇ ਹਨ। ਮਾਰ ਸੈਂਕਰੇ ਭੂਮ ਗਿਰਾਏ। ਤੇ ਬੜੀ ਭਾਰੀ ਗਿਣਤੀ ਦੇ ਵਿੱਚ ਤੁਰਕਾਂ ਪਹਾੜੀਆਂ ਦੀਆਂ ਫੌਜਾਂ ਨੂੰ ਮਾਰ ਕੇ ਧਰਤੀ ਤੇ ਸੁੱਟ ਦਿੰਦੇ ਹਨ। ਨਿਜ ਸੁਆਮੀ ਕੋ ਜੰਗ ਦਿਖਾਏ। ਬੜੇ ਵੀਰ ਰਸ ਦੇ ਵਿੱਚ ਰੰਗੇ ਹੋਏ ਆਪਣੇ ਸੁਆਮੀ, ਆਪਣੇ ਮਾਲਕ ਜਾਣੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ਆਪਣਾ ਭਿਆਨਕ ਜੰਗ ਦਿਖਾ ਰਹੇ ਹਨ। ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਟਾਰੀ ਦੇ ਵਿੱਚ
ਇੱਕ ਦਰੀਚੀ ਸੀ, ਇੱਕ ਵਾਰੀ ਸੀ। ਇਸ ਵਾਰੀ ਤੋਂ ਬਾਹਰ ਇਹ ਆਪਣੇ ਯੋਧੇ ਸੂਰਮਿਆਂ ਦਾ, ਆਪਣੇ ਪਿਆਰਿਆਂ ਦਾ ਜੰਗ ਆਪ ਨੇਤਰਾਂ ਦੇ ਨਾਲ ਸਤਿਗੁਰੂ ਦੇਖਿਆ ਕਰਦੇ ਸਨ। ਤਾਂ ਸਤਿਗੁਰਾਂ ਦੇ ਯੋਧੇ ਸੂਰਮੇ ਸ਼ਹੀਦ ਹੋਣ ਤੋਂ ਬਾਅਦ ਸਤਿਗੁਰੂ ਆਪ ਆਪਣੀ ਰਸਨਾ ਤੋਂ ਜਕਾਰੇ ਵੀ ਲਾਉਂਦੇ ਸਨ। ਤਾਂ ਜਦ ਇਸੇ ਤਰ੍ਹਾਂ ਹੋਇਆ ਕਿ ਇਹ ਯੋਧੇ ਸੂਰਮੇ ਹੁਣ ਇਹਨਾਂ ਦੀ ਫੌਜ ਦੇ ਵਿੱਚ ਘੇਰੇ ਗਏ ਹਨ, ਫਿਰ ਵੀ ਭਿਆਨਕ ਜੰਗ ਮਚਾ ਰਹੇ ਹਨ। ਸਤਿਗੁਰੂ ਦੇਖ ਕੇ ਬੜੇ ਪ੍ਰਸੰਨ ਹੁੰਦੇ ਹਨ। ਰੰਚਕ ਰੰਚਕ ਤਨ ਕਟਵਾਇਓ। ਚਾਰੇ ਪਾਸਿਆਂ ਤੋਂ ਘੇਰਾ ਪੈਣ ਤੋਂ ਬਾਅਦ ਇਹਨਾਂ ਤੁਰਕਾਂ ਪਹਾੜੀਆਂ ਦੀਆਂ ਫੌਜਾਂ ਨੇ 1 ਲੱਖ ਚਾਰੇ ਪਾਸਿਆਂ ਤੋਂ ਸ਼ਸਤਰਾਂ ਦੇ ਵਾਰ ਕੀਤੇ ਤੇ ਇਹਨਾਂ ਦੇ ਸਰੀਰ ਥਾਂ ਥਾਂ ਤੋਂ ਕੱਟੇ ਵੱਢੇ ਜਾਂਦੇ ਹਨ। ਤਾਂ ਆਖਰਕਾਰ ਇਹ ਵੀ ਸ਼ਹੀਦ ਹੋ ਜਾਂਦੇ ਹਨ। ਨਹਿ ਪੀਛੇ ਇੱਕ ਪੈਰ ਹਟਾਇਓ। ਗੁਰੂ ਕੇ ਜਿੰਨੇ ਵੀ ਯੋਧੇ ਸੂਰਮੇ ਇਸ ਕੱਚੀ ਗੜੀ ਤੋਂ ਬਾਹਰ ਹੋ ਕੇ ਜੰਗ ਕਰਦੇ ਹਨ, ਕਿਸੇ ਵੀ ਸੂਰਮੇ ਨੇ ਇੱਕ ਕਦਮ ਵੀ ਪਿੱਛੇ ਨਹੀਂ ਹਟਾਇਆ। ਇਸ ਜੰਗ ਦੇ ਦਰਮਿਆਨ ਜਾਂ ਤੇ ਉੱਥੇ ਹੀ ਡਟ ਕੇ ਖੜੇ ਰਹੇ ਜਾਂ ਕਰ ਅੱਗੇ ਵੱਧ ਕੇ ਜੰਗ ਕੀਤਾ, ਪਰ ਕਿਸੇ ਨੇ ਵੀ ਇੱਕ ਪੈਰ ਵੀ ਇੱਕ ਕਦਮ ਵੀ ਪਿੱਛੇ ਨਹੀਂ ਹਟਾਉਣਾ ਕੀਤਾ। ਸਨਮੁਖ ਲਰਤ ਪ੍ਰਾਨ ਕੋ ਦੀਨੇ। ਸਾਹਮਣੇ ਯੁੱਧ ਕਰਕੇ ਆਪਣੇ ਪ੍ਰਾਣਾਂ ਨੂੰ ਤੇ ਦੇ ਦਿੱਤਾ, ਸ਼ਹੀਦੀ ਪ੍ਰਾਪਤ ਕੀਤੀ, ਪਰ ਇੱਕ ਕਦਮ ਕਿਸੇ ਨੇ ਪਿੱਛੇ ਨਾ ਉਠਾਇਆ। ਬਿਸਮੇ ਤੁਰਕ ਪਿਖੇ ਰਣ ਕੀਨੇ। ਜਦ ਗੁਰੂ ਕੇ ਯੋਧੇ ਸੂਰਮੇ ਇਸ ਤਰ੍ਹਾਂ ਦਾ ਭਿਆਨਕ ਜੰਗ ਕਰਦੇ ਹੈ ਤੇ ਤੁਰਕ ਅਤੇ ਪਹਾੜੀ ਦੇਖ ਦੇਖ ਕੇ ਬੜੇ ਹੈਰਾਨ ਹੁੰਦੇ ਹੈ ਕਿ ਕਿਤੇ ਤੇ ਲੱਖਾਂ ਦੀ ਸੈਨਾ, ਲੱਖਾਂ ਦੀ ਫੌਜ, ਕਿਤੇ ਗੁਰੂ ਕੇ ਯੋਧੇ ਸੂਰਮੇ ਕਦੇ ਕੋਈ ਗੜੀ ਦੇ ਵਿੱਚੋਂ 1 ਵਾਰ ਆਉਂਦਾ ਹੈ, ਕਦੇ 2 ਵਾਰ ਆਉਂਦਾ ਹੈ, ਜ਼ਿਆਦਾ ਤੇ ਜ਼ਿਆਦਾ 5 ਆਉਂਦੇ ਹਨ। ਪਰ ਇੱਥੇ ਲੱਖਾਂ ਦੀ ਫੌਜ ਦਾ ਨਾਸ ਕਰਕੇ ਫੇਰ ਕਿਤੇ ਜਾ ਕੇ ਸ਼ਹੀਦ ਹੁੰਦੇ ਹਨ। ਦੋਹਰਾ ਭਇਓ ਜੁਧ ਅਤਸ਼ੈ ਪ੍ਰਬਲ ਨਾਦਤ ਤੁਪਕ ਕਮਾਨ। ਇਧਰਲੇ ਪਾਸੋਂ ਸਤਿਗੁਰੂ ਮਹਾਰਾਜ ਜੀਆਂ ਦੇ ਯੋਧੇ ਸੂਰਮੇ ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੁਦ ਜੰਗ ਦੇਖ ਰਹੇ ਹਨ। ਦੂਸਰੇ ਪਾਸੇ ਤੁਰਕਾਂ ਅਤੇ ਪਹਾੜੀਆਂ ਦੇ ਜੋ ਸਰਦਾਰ ਸਨ, ਇਹ ਜੰਗ ਤੇ ਪਿਛਲੇ ਪਾਸੇ ਹੀ ਖੜੇ ਹੋਏ ਜੰਗ ਦੇਖਦੇ ਹਨ, ਪਿੱਛੇ ਦੂਰ ਖੜੇ ਹੋਏ ਹੀ ਦੇਖਦੇ ਹਨ ਕਿ ਬੜਾ ਘਮਸਾਨ ਦਾ ਜੰਗ, ਬੜਾ ਭਿਆਨਕ ਜੰਗ ਮਚ ਚੁੱਕਿਆ ਹੈ। ਸ਼ੂਕਤ ਸਰਪ ਸਮਾਨ ਸਰ ਗੁਲਕਾਂ ਲਗ ਭਟ ਹਨ। ਇਸ ਗੜੀ ਤੋਂ ਬਾਹਰ ਹੁਣ ਬਹੁਤ ਸਾਰੇ ਤੀਰ ਸੱਪਾਂ ਦੇ ਸਮਾਨ ਸ਼ੂਕਦੇ ਹੋਏ ਆਉਂਦੇ ਹਨ। ਬਹੁਤ ਸਾਰੀਆਂ ਗੋਲੀਆਂ ਸ਼ਸਤਰ ਇਸ ਤਰ੍ਹਾਂ ਚੱਲ ਰਹੇ ਹਨ ਮਾਨੋ ਇਸ ਸਥਾਨ 'ਤੇ ਸ਼ਸਤਰਾਂ ਦਾ, ਗੋਲੀਆਂ ਦਾ ਮੀਂਹ ਹੀ ਪੈਣ ਲੱਗ ਗਿਆ। ਇੰਨੇ ਸ਼ਸਤਰ, ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਜੇਕਰ ਦੇਖਿਆ ਜਾਵੇ ਤੇ 1000-2000 ਯੋਧੇ ਸੂਰਮੇ ਇਕੱਠੇ ਹੋ ਜਾਣ ਤੇ ਬਹੁਤ ਭਾਰੀ ਇਕੱਠ ਦਿਖਾਈ ਦਿੰਦਾ ਹੈ। ਇੱਥੇ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸੈਨਾ ਪਹੁੰਚੀ ਹੋਈ ਹੈ ਔਰ ਬੜੀ ਭਾਰੀ ਗਿਣਤੀ ਦੇ ਵਿੱਚ ਇੱਕਦਮ ਸ਼ਸਤਰ ਚਲਾਏ ਜਾ ਰਹੇ ਹਨ। ਤੀਰ ਅਤੇ ਗੋਲੀਆਂ ਇਸ ਤਰ੍ਹਾਂ ਵਰਕ ਰਹੇ ਹਨ ਜਿਵੇਂ ਆਕਾਸ਼ ਦੇ ਵਿੱਚੋਂ ਮੀਂਹ ਪੈਂਦਾ ਹੋਵੇ। ਇਸ ਭਿਆਨਕ ਜੰਗ ਨੂੰ ਸਾਰੇ ਹੀ ਦੇਖ ਰਹੇ ਹਨ। ਭੁਜੰਗ ਪ੍ਰਿਆਤ ਛੰਦ ਕਹਾਂ ਵੀਰ ਚਾਲੀ ਛੁਦਾਵੰਤ ਭਾਰੇ। ਕਵੀ ਜੀ ਲਿਖਣਾ ਕਰਦੇ ਹਨ ਕਿ ਦੇਖੋ ਬੜੇ ਕਮਾਲ ਦਾ ਜੰਗ ਇਸ ਸਥਾਨ 'ਤੇ ਹੋ ਰਿਹਾ ਹੈ ਕਿ ਕਿਤੇ ਤੇ ਗੁਰੂ ਕੇ ਯੋਧੇ ਸੂਰਮੇ ਜੋ 40 ਦੀ ਗਿਣਤੀ ਦੇ ਵਿੱਚ ਸਨ ਔਰ ਕਿਤੇ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ, ਫਿਰ ਵੀ ਸਤਿਗੁਰੂ ਮਹਾਰਾਜ ਜੀਆਂ ਦੇ ਯੋਧੇ ਸੂਰਮਿਆਂ ਨੂੰ ਹਰਾ ਨਹੀਂ ਸਕੇ ਹਨ। ਫਿਰ ਵੀ ਸਤਿਗੁਰੂ ਕੇ ਯੋਧੇ ਸੂਰਮੇ ਅੜ ਕੇ ਜੰਗ ਕਰ ਰਹੇ ਹਨ, ਅੱਗੇ ਵੱਧ ਕੇ ਜੰਗ ਕਰ ਰਹੇ ਹਨ। ਬੜਾ ਕਮਾਲ ਦਾ ਜੰਗ ਇਸ ਸਥਾਨ 'ਤੇ ਹੋ ਰਿਹਾ ਹੈ ਕਿ ਕਿਤੇ ਲੱਖਾਂ ਦੀ ਗਿਣਤੀ ਦੇ ਵਿੱਚ 40 ਸਿੰਘਾਂ ਦੇ ਵਿੱਚ ਜੇਕਰ 40 ਯੋਧੇ ਸੂਰਮੇ ਹੋਣ, ਉਹਨਾਂ ਦੇ ਅੱਗੇ 100 ਯੋਧਾ ਸੂਰਮਾ ਅੜ ਕੇ ਖੜ ਜਾਵੇ ਤੇ ਉਹ ਸਾਧ ਸੰਗਤ ਕਿਸੇ ਨੂੰ ਅੱਗੇ ਨਹੀਂ ਨਿਕਲਣ ਦਿੰਦੇ। ਤੇ ਫਿਰ ਕਿੱਥੇ ਜਾ ਕੇ ਹਜ਼ਾਰਾਂ ਦੀ ਗਿਣਤੀ ਤੇ ਲੱਖਾਂ ਦੀ ਗਿਣਤੀ ਆਉਂਦੀ ਹੈ। ਕਵੀ ਜੀ ਕਹਿੰਦੇ ਕਿ ਕਿੱਥੇ ਗੁਰੂ ਕੇ ਯੋਧੇ ਸੂਰਮੇ 40 ਦੀ ਗਿਣਤੀ ਦੇ ਵਿੱਚ, ਕਿਤੇ ਲੱਖਾਂ ਦੀ ਫੌਜ ਇਸ ਸਥਾਨ 'ਤੇ ਪਹੁੰਚੀ ਹੋਈ ਹੈ। ਉਹ ਵੀ ਜੋ 40 ਦੀ ਗਿਣਤੀ ਦੇ ਵਿੱਚ ਸਿੰਘ ਸਨ ਨਾ,
ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ ਸ਼ਹੀਦ ਹੋ ਚੁੱਕੇ ਸਨ, ਜੋ 5-5 ਦੇ ਜਥੇ ਬਣਾ ਕੇ ਗੜੀ ਤੋਂ ਬਾਹਰ ਨਿਕਲਦੇ, ਲੱਖਾਂ ਫੌਜਾਂ ਨੂੰ ਸਦਾ ਦੀ ਨੀਂਦ ਸਮਾ ਕੇ ਫੇਰ ਸ਼ਹੀਦ ਹੁੰਦੇ ਸਨ। ਇਹਨਾਂ ਸਿੰਘਾਂ ਦੀ ਬਾਬਤ ਜੇਕਰ ਦੇਖਿਆ ਜਾਵੇ ਤਾਂ ਸ਼੍ਰੀ ਅਨੰਦਪੁਰ ਸਾਹਿਬ ਦਾ ਜੋ ਵੱਡਾ ਜੰਗ ਹੋਇਆ ਸੀ ਪਹਿਲੇ, ਇਸ ਜੰਗ ਦੇ ਦਰਮਿਆਨ ਵੀ ਤਕਰੀਬਨ 6-7 ਮਹੀਨੇ ਤੁਰਕਾਂ ਅਤੇ ਪਹਾੜੀਆਂ ਦੀਆਂ ਫੌਜਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ। ਇਸ ਘੇਰੇ ਦੇ ਦਰਮਿਆਨ ਇਸ ਕਿਲੇ ਦੇ ਵਿੱਚ ਅੰਦਰ ਅਨੰਦਪੁਰ ਸਾਹਿਬ ਦੇ ਵਿੱਚ ਕੋਈ ਵੀ ਰਸਤ ਬਸਤ ਦਾਣਾ ਪਾਣੀ ਨਹੀਂ ਜਾਣ ਦਿੱਤਾ ਸੀ। ਜੋ ਗੁਰੂ ਕੇ ਯੋਧੇ ਸੂਰਮਿਆਂ ਦੇ ਵਿੱਚ ਅੰਨ ਦਾਣਾ ਆਦਿ ਖਤਮ ਹੋ ਜਾਣ ਤੋਂ ਬਾਅਦ ਯੋਧੇ ਸੂਰਮਿਆਂ ਨੇ ਕਈ ਦਫਾ ਦਰਖਤਾਂ ਦੇ ਪੱਤੇ ਸੂਤ ਕੇ ਖਾਧੇ, ਇਹਨਾਂ ਦੇ ਨਾਲ ਵੀ ਆਪਣਾ ਗੁਜ਼ਾਰਾ ਕੀਤਾ। ਕਿੰਨੇ ਦਿਨ ਭੁੱਖਣ ਭਾਣੇ ਰਹਿ ਕੇ ਇੱਕ ਦਾਣਾ ਵੀ ਅੰਨ ਦਾ ਇਹਨਾਂ ਨੂੰ ਪ੍ਰਾਪਤ ਨਾ ਹੁੰਦਾ। ਕਈ ਦਫਾ ਤੇ ਦਰਖਤਾਂ ਦੇ ਪੱਤੇ ਸੂਤ ਕੇ ਖਾਧੇ, ਕਈ ਵਾਰ ਇਹਨਾਂ ਪੱਤਿਆਂ ਨੂੰ ਸੂਤ ਕੇ ਇਹਨਾਂ ਦਰਖਤਾਂ ਦੀਆਂ ਸਿਲਾਂ ਨੂੰ ਉਬਾਲ ਕੇ ਫੇਰ ਖਾ ਕੇ ਗੁਜ਼ਾਰਾ ਕੀਤਾ, ਕਿਉਂਕਿ ਗੁਰੂ ਮਹਾਰਾਜ ਜੀਆਂ ਦਾ ਐਸਾ ਹੀ ਹੁਕਮ ਸੀ ਕਿ ਤੁਸੀਂ ਬਾਹਰ ਜਾ ਕੇ ਜੰਗ ਨਹੀਂ ਕਰਨਾ ਔਰ ਇਸ ਸਥਾਨ 'ਤੇ ਟਿਕ ਕੇ ਰਹਿਣਾ ਹੈ, ਔਰ ਜਿੰਨਾ ਚਿਰ ਸਾਡੀ ਆਗਿਆ ਨਹੀਂ ਹੁੰਦੀ ਹੈ। ਤਾਂ ਇਹਨਾਂ ਯੋਧੇ ਸੂਰਮਿਆਂ ਨੇ ਭੁੱਖਣ ਭਾਣੇ ਰਹਿ ਕੇ 6-7 ਮਹੀਨੇ ਬਤੀਤ ਕੀਤੇ, ਔਰ ਭੁੱਖ ਦਾ ਦੁੱਖ ਤੇ ਦੇਖਿਆ ਜਾਵੇ ਤੇ ਇੱਕ ਦਿਨ ਦਾ ਵੀ ਕਾਫੀ ਹੁੰਦਾ ਹੈ। ਭਾਈ ਰਾਮ ਕੋਇਰ ਜੀਆਂ ਨੇ, ਜੋ ਬਾਬਾ ਬੁੱਢਾ ਜੀਆਂ ਦੀ ਅੰਸ਼ ਵੰਸ਼ ਦੇ ਵਿੱਚੋਂ ਸੀ, ਉਹਨਾਂ ਨੇ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਆਪਣੇ ਯੋਧੇ ਸੂਰਮਿਆਂ ਨੂੰ ਖਾਣ ਪਾਣ ਦਾ ਕੋਈ ਨਾ ਕੋਈ ਭੋਜਨ ਦਾ ਪ੍ਰਬੰਧ ਕਰੋ, ਕਿਉਂਕਿ ਭੁੱਖ ਦਾ ਦੁੱਖ ਤੇ ਇੱਕ ਦਿਨ ਦਾ ਵੀ ਬਰਦਾਸ਼ਤ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਕਿਸੇ ਪ੍ਰਾਣੀ ਨੂੰ ਇੱਕ ਦਿਨ ਭੋਜਨ ਪਾਣੀ ਨਾ ਮਿਲੇ, ਉਸ ਦੀ ਸੁੱਧ ਬੁੱਧ ਚਲੀ ਜਾਂਦੀ ਹੈ। ਇਹਨਾਂ ਨੂੰ ਕਿੰਨੇ ਦਿਨ ਭੁੱਖਣ ਭਾਣੇ ਰਹਿ ਕੇ ਉਸ ਤੋਂ ਬਾਅਦ ਕਿਤੇ ਉਹ ਥੋੜ੍ਹਾ ਬਹੁਤਾ ਅੰਨ ਜਾਂ ਕਰ ਪੱਤੇ ਆਦਿ ਸੂਤ ਕੇ ਖਾ ਕੇ ਗੁਜ਼ਾਰਾ ਕਰਦੇ ਹਨ। ਅਤੇ ਸਤਿਗੁਰੂ ਮੇਰੇ ਤੇ ਮਨ ਦੇ ਵਿੱਚ ਇਹੀ ਵਿਚਾਰ ਆਉਂਦੀ ਹੈ ਕਿ ਦੁਨਿਆਵੀ ਇਨਸਾਨ ਇੰਨੇ ਦਿਨ ਸਰੀਰ ਨੂੰ ਅੰਨ ਪਾਣੀ ਮਿਲਣ ਤੋਂ ਬਿਨਾਂ ਨਹੀਂ ਰਹਿ ਸਕਦਾ। ਇਹ ਤਾਂ ਆਪ ਜੀਆਂ ਦੀ ਕਿਰਪਾ ਦੇ ਅਨੁਸਾਰ ਆਪ ਜੀਆਂ ਦੇ ਦਰਸ਼ਨਾਂ ਦੇ ਆਧਾਰ 'ਤੇ ਹੀ ਜਿਉਂਦੇ ਹਨ। ਤਾਂ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਬਚਨ ਵਿਲਾਸ ਇਸ ਤਰ੍ਹਾਂ ਦੇ ਹੋਏ। ਤਾਂ ਹੁਣ ਇਹ ਚਮਕੌਰ ਸਾਹਿਬ ਦਾ ਜੰਗ ਹੈ, ਇੱਥੇ ਲੱਖਾਂ ਦੀ ਫੌਜ ਹੈ। ਕਿੱਥੇ ਇਹ ਸਿੰਘ ਹਨ ਜਿਨ੍ਹਾਂ ਨੇ 6-7 ਮਹੀਨੇ ਭੁੱਖਿਆਂ ਰਹਿ ਕੇ ਆਪਣਾ ਗੁਜ਼ਾਰਾ ਕੀਤਾ, ਜਿਨ੍ਹਾਂ ਦੇ ਸਰੀਰ ਬੜੇ ਕਿਰਸ ਦੁਬਲੇ ਪਤਲੇ ਹੋ ਚੁੱਕੇ ਸਨ, ਜਿਨ੍ਹਾਂ ਦੇ ਸਰੀਰ ਦੀਆਂ ਹੱਡੀਆਂ ਵੀ ਬਾਹਰ ਦਿਖਾਈ ਦੇਣ ਲੱਗ ਗਈਆਂ ਸਨ, ਜਿਨ੍ਹਾਂ ਦੇ ਸਰੀਰ ਦੇ ਵਿੱਚੋਂ ਮਾਸ ਸੁੱਕ ਚੁੱਕਿਆ ਸੀ, ਖੂਨ ਬਿਲਕੁਲ ਨਾ ਮਾਤਰ ਹੀ ਰਹਿ ਗਿਆ ਸੀ, ਹੱਡੀਆਂ ਵੀ ਬਾਹਰ ਦਿਖਾਈ ਦੇ ਰਹੀਆਂ ਸਨ। ਇਸ ਤਰ੍ਹਾਂ ਦੇ ਸਿੰਘ ਜਦ ਗੜੀ ਦੇ ਵਿੱਚੋਂ ਬਾਹਰ ਨਿਕਲਦੇ ਹਨ ਤਾਂ ਤੁਰਕਾਂ ਪਠਾਣਾਂ ਦੀਆਂ ਫੌਜਾਂ 'ਤੇ ਬੜਾ ਜ਼ਬਰਦਸਤ ਹਮਲਾ ਕਰਦੇ ਹਨ। ਦੇਖਣ ਵਾਲੇ ਵੀ ਬੜੇ ਹੈਰਾਨ ਹੋ ਜਾਂਦੇ ਹਨ। ਕਹਾ 1-9 ਲੱਖ ਆਏ ਹਕਾਰੇ। ਤਾਂ ਹੁਣ ਇੱਥੇ ਗਿਣਤੀ ਕੀਤੀ ਜਾਂਦੀ ਹੈ ਕਿ ਕਿੱਥੇ 9 ਤੇ 1 ਲੱਖ ਜਾਣੇ 10 ਲੱਖ ਦੀ ਫੌਜ, ਔਰ ਕਿੱਥੇ 40 ਸਿੰਘ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਸ਼ਹੀਦ ਹੋ ਚੁੱਕੇ ਸਨ। ਫਿਰ ਜੋ ਇਹ 10 ਲੱਖ ਦੀ ਫੌਜ ਦੀ ਗਿਣਤੀ ਹੈ ਨਾ, ਇਹ ਤੇ 10 ਲੱਖ ਕੇਵਲ ਤੇ ਕੇਵਲ ਉਹ ਸਨ ਜੋ ਦਿੱਲੀ ਦੇ ਸੂਬੇ ਖਵਾਜਾ ਮਰਦੂਦ ਨੇ ਇਸ ਜੰਗ ਦੇ ਦਰਮਿਆਨ ਦਿੱਲੀ ਤੋਂ ਹੋਰ ਫੌਜ ਮੰਗਾਈ ਹੋਈ ਸੀ। ਨਹੀਂ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ, ਤਾਂ ਉਸ ਸਮੇਂ ਦੀ ਜੋ ਫੌਜ ਸੀ ਨਾ, ਉਹਨਾਂ ਫੌਜਾਂ ਦੀ ਵਿੱਚੋਂ ਵੀ ਭਾਵੇਂ ਇਹਨਾਂ ਰਾਜਿਆਂ ਦੀਆਂ ਤੁਰਕਾਂ ਦੀਆਂ ਅੱਧੀਆਂ ਫੌਜਾਂ ਦਾ ਨਾਸ ਹੋ ਚੁੱਕਿਆ ਸੀ, ਖਤਮ ਹੋ ਚੁੱਕੇ ਸਨ, ਪਰ ਅੱਧੀ ਫੌਜ ਅਜੇ ਇਹਨਾਂ ਦੀ ਬਾਕੀ ਰਹਿ ਗਈ ਸੀ, ਕਿਉਂਕਿ ਉਸ ਘੇਰੇ ਦੇ ਦਰਮਿਆਨ ਬਹੁਤ ਭਾਰੀ ਗਿਣਤੀ ਦੇ ਵਿੱਚ ਸੈਨਾ ਸੀ। ਔਰ ਦੇਖਿਆ ਜਾਵੇ ਤੇ ਜੋ
ਸਰਹੰਦ ਦਾ ਸੂਬਾ ਵਜੀਦ ਖਾਂ, ਇਸ ਦੀ ਬਹੁਤ ਭਾਰੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਪਹੁੰਚੀ ਹੋਈ ਸੀ। ਫਿਰ ਜੋ ਲਾਹੌਰ ਦਾ ਸੂਬਾ ਸੀ ਜ਼ਬਰਦਸਤ ਖਾਂ, ਇਸ ਦੀ ਵੀ ਸਾਰੀ ਦੀ ਸਾਰੀ ਫੌਜ ਪਹੁੰਚੀ ਹੋਈ ਸੀ। ਔਰ ਜੋ ਵੀ ਭਾਰੀ ਗਿਣਤੀ ਦੇ ਵਿੱਚ ਸੈਨਾ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੀ ਹੋਈ ਸੀ। ਫਿਰ ਖਵਾਜਾ ਮਰਦੂਦ ਦਿੱਲੀ ਦਾ ਸੂਬਾ ਹੈ, ਇਹਦੀ ਭਾਰੀ ਗਿਣਤੀ ਦੇ ਵਿੱਚ ਫੌਜ ਪਹੁੰਚੀ ਹੋਈ ਸੀ। ਫਿਰ ਪਹਾੜੀ ਰਾਜਿਆਂ ਦੀ ਗਿਣਤੀ ਕੀਤੀ ਜਾਵੇ ਤੇ ਪਹਾੜੀ ਰਾਜਿਆਂ ਦੇ ਵਿੱਚੋਂ ਕੋਈ ਇੱਕ ਦੋ ਨਹੀਂ ਸਨ, ਬਹੁਤ ਗਿਣਤੀ ਦੇ ਵਿੱਚ ਪਹਾੜੀ ਰਾਜੇ ਸਨ, ਜਿਨ੍ਹਾਂ ਦੀ ਫੌਜ ਨੂੰ ਕੁੱਲ ਮਿਲਾ ਕੇ ਗਿਣਤੀ ਕੀਤੀ ਜਾਵੇ ਤੇ ਲੱਖਾਂ ਦੀ ਗਿਣਤੀ ਇਹਨਾਂ ਦੀ ਫੌਜ ਦੀ ਹੀ ਹੋ ਜਾਂਦੀ ਹੈ। ਤਾਂ ਹੁਣ ਐਡੀ ਵੱਡੀ ਫੌਜ ਸੀ। ਸ਼੍ਰੀ ਅਨੰਦਪੁਰ ਸਾਹਿਬ ਦੇ ਜੰਗ ਦੇ ਦਰਮਿਆਨ ਅੱਧੀ ਫੌਜ ਇਹਨਾਂ ਦੀ ਮਾਰੀ ਗਈ ਹੈ, ਪਰ ਲੱਖਾਂ ਦੀ ਗਿਣਤੀ ਦੇ ਵਿੱਚ ਫੌਜ ਹੁਣ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਤਿਗੁਰੂ ਮਹਾਰਾਜ ਜੀ ਆਏ ਤੇ ਸਤਿਗੁਰਾਂ ਦੇ ਪਿੱਛੇ ਹੀ ਜੰਗ ਕਰਦੇ ਹੋਏ ਆ ਰਹੇ ਸਨ। ਦਿੱਲੀ ਦੇ ਸੂਬੇ ਖਵਾਜਾ ਮਰਦੂਦ ਨੇ ਦੇਖਿਆ ਕਿ ਸਾਡੀ ਫੌਜ, ਸਾਡੀ ਸੈਨਾ ਅਜੇ ਵੀ ਇਹ ਕਾਮਯਾਬ ਨਹੀਂ ਹੋ ਰਹੀ ਹੈ ਆਪਣੇ ਮਿਸ਼ਨ ਦੇ ਉੱਪਰ, ਤਾਂ ਉਸ ਨੇ ਦਿੱਲੀ ਤੋਂ 10 ਲੱਖ ਫੌਜ ਹੋਰ ਮੰਗਵਾ ਲਈ ਸੀ। ਜੋ ਪਿੱਛੇ ਤੋਂ ਇਹ ਫੌਜਾਂ ਆ ਕੇ ਸ਼੍ਰੀ ਅਨੰਦਪੁਰ ਸਾਹਿਬ, ਵਾਹਿਗੁਰੂ ਸ਼੍ਰੀ ਚਮਕੌਰ ਸਾਹਿਬ ਦੇ ਕੱਚੀ ਗੜੀ ਨੂੰ ਘੇਰਾ ਪਾ ਲੈਂਦੇ ਹਨ। 10 ਲੱਖ ਫੌਜ ਉਧਰੋਂ ਆ ਕੇ ਘੇਰਾ ਪਾ ਲੈਂਦੇ ਹਨ। ਸਾਰੀ ਫੌਜ ਦੀ ਗਿਣਤੀ ਕੀਤੀ ਜਾਵੇ ਤਾਂ ਇਹ ਤਕਰੀਬਨ ਮਿਲ ਕੇ 18-19 ਲੱਖ ਦੀ ਫੌਜ ਹੋ ਜਾਂਦੀ ਹੈ। ਬਹੁਤ ਸਾਰੇ ਵਿਦਵਾਨਾਂ ਦਾ ਐਸਾ ਮਤ ਹੈ ਕਿ 19 ਲੱਖ ਦੀ ਫੌਜ ਉਸ ਟਾਈਮ ਸੀ, ਜਿਸ ਸਮੇਂ ਇਹ ਕੱਚੀ ਗੜੀ ਚਮਕੌਰ ਦੀ ਇਸ ਨੂੰ ਘੇਰਾ ਪਾਇਆ ਗਿਆ ਸੀ। ਕਈ ਵਿਦਵਾਨਾਂ ਨੇ ਭਾਵੇਂ ਇਸ ਫੌਜ ਨੂੰ 17 ਲੱਖ ਦੀ ਗਿਣਤੀ ਦੇ ਵਿੱਚ ਵੀ ਦੱਸਣਾ ਕੀਤਾ ਹੈ, ਪਰ ਉਧਰ ਗੁਰੂ ਕੇ ਯੋਧੇ ਸੂਰਮੇ ਤੇ ਕੇਵਲ 40 ਦੀ ਗਿਣਤੀ ਦੇ ਵਿੱਚ ਸਨ, ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਸ਼ਹੀਦ ਹੋਣ ਤੋਂ ਬਾਅਦ ਵੀ ਗੁਰੂ ਕੇ ਯੋਧੇ ਸੂਰਮੇ ਬੜਾ ਡਟ ਕੇ ਮੁਕਾਬਲਾ ਕਰਦੇ ਹਨ। ਅਭੂਤੰ ਬਿਰਤੰਤੰ ਸੁਨਿਓ ਦੇਵ ਜਾਲਾ। ਜਦ ਆਕਾਸ਼ ਦੇ ਵਿੱਚ ਦੇਵਤਿਆਂ ਦੇ ਵਿੱਚ ਇਸ ਗੱਲ ਦਾ ਪਤਾ ਚੱਲਿਆ, ਦੇਵਤਿਆਂ ਨੇ ਵੀ ਦੇਖਿਆ ਕਿ ਇਸ ਤਰ੍ਹਾਂ ਦਾ ਭਿਆਨਕ ਜੰਗ ਤੇ ਕਦੇ ਦੁਨੀਆ ਦੇ ਵਿੱਚ ਪਹਿਲੇ ਦੇਖਿਆ ਨਹੀਂ ਗਿਆ ਹੈ। ਮਿਲੇ ਏਕ ਥਾਨੰ ਅਚੰਭੈ ਵਿਸਾਲਾ। ਆਕਾਸ਼ ਮੰਡਲ ਦੇ ਵਿੱਚ ਬਹੁਤ ਸਾਰੇ ਦੇਵਤੇ ਇੱਕ ਜਗ੍ਹਾ ਇਕੱਠੇ ਹੋ ਜਾਂਦੇ ਹਨ। ਕਲੀ ਕਾਲ ਮੈਂ ਏਵ ਕੈਸੇ ਲਰੰਤੇ। ਸਾਰੇ ਦੇਵਤੇ ਵੀ ਦੇਖ ਕੇ ਬੜੇ ਹੈਰਾਨ ਹੋ ਜਾਂਦੇ ਹਨ ਕਿ ਘੋਰ ਕਲਯੁਗ ਦੇ ਸਮੇਂ ਦੇ ਵਿੱਚ ਗੁਰੂ ਕੇ ਯੋਧੇ ਸੂਰਮੇ ਕਿਸ ਤਰ੍ਹਾਂ ਇਹ ਜੰਗ ਕਰ ਰਹੇ ਹਨ। ਗੁਰੂ ਜੀ ਕਰਾਮਾਤ ਨਾ ਸੂਚਿਅੰਤੇ। ਫਿਰ ਗੁਰੂ ਜੀ ਆਪਣੀ ਕੋਈ ਕਰਾਮਾਤ ਵੀ ਨਹੀਂ ਦਿਖਾ ਰਹੇ ਹਨ। ਅਚੰਭੈ ਮਹਾ ਤੇ ਅਚੰਭੈ ਬਿਲੰਦੇ। ਦੇਵਤੇ ਵੀ ਇਹ ਜੰਗ ਆਕਾਸ਼ ਮੰਡਲ ਦੇ ਵਿੱਚ ਇਕੱਠੇ ਹੋ ਕੇ ਦੇਖ ਰਹੇ ਹਨ ਕਿ ਬੜਾ ਭਿਆਨਕ ਜੰਗ ਲੱਗਿਆ ਹੋਇਆ ਹੈ। ਫਿਰ ਗੁਰੂ ਮਹਾਰਾਜ ਜੀ ਕੋਈ ਆਪਣੀ ਕਰਾਮਾਤ ਸ਼ਕਤੀ ਦਾ ਵੀ ਇੱਥੇ ਜ਼ਿਕਰ ਨਹੀਂ ਕਰ ਰਹੇ ਹਨ, ਕੋਈ ਕਰਾਮਾਤ ਸ਼ਕਤੀ ਵੀ ਨਹੀਂ ਵਰਤ ਰਹੇ ਹਨ। ਜੇਕਰ ਕਰਾਮਾਤ ਸ਼ਕਤੀ ਦੀ ਗੱਲ ਹੁੰਦੀ ਤਾਂ ਸਤਿਗੁਰਾਂ ਦਾ ਇੱਕੋ ਹੀ ਯੋਧਾ ਸੂਰਮਾ ਕਾਫੀ ਸੀ ਇਹਨਾਂ ਫੌਜਾਂ ਨੂੰ ਨਾਸ ਕਰਨ ਦੇ ਵਾਸਤੇ, ਕਿਉਂਕਿ ਗੁਰੂ ਕੇ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਵਾਰਤਾਂ ਦੇਖਣ ਨੂੰ ਮਿਲਦੀਆਂ ਹਨ ਕਿ ਇੱਕ ਹੀ ਲੱਖਾਂ ਕਰੋੜਾਂ ਦੇ ਨਾਸ ਨੂੰ ਕਰਨ ਦੇ ਸਮਰੱਥ ਸੀ। ਪਰ ਸਤਿਗੁਰੂ ਮਹਾਰਾਜ ਜੀਆਂ ਨੇ ਇਸ ਸਥਾਨ ਤੋਂ ਸ਼ਕਤੀ ਤੋਂ ਕੰਮ ਨਹੀਂ ਲਿਆ। ਹੁਣ ਆਕਾਸ਼ ਮੰਡਲ ਦੇ ਵਿੱਚ ਦੇਵਤੇ ਬੜਾ ਭਿਆਨਕ ਜੰਗ ਦੇਖ ਕੇ ਬੜੇ ਹੈਰਾਨ ਹੋ ਜਾਂਦੇ ਹਨ। ਬਿਲੋਕੈ ਚੱਲੈ ਚਾਉ ਚੀਤੰ ਉਠੰਦੇ। ਦੇਵਤੇ ਵੀ ਬੜੇ ਚਾਹ ਦੇ ਨਾਲ ਇਕੱਠੇ ਹੁੰਦੇ ਹਨ ਕਿ ਆਪਾਂ ਵੀ ਇਸ ਜੰਗ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਕਰੀਏ। ਅਰੂਢੇ ਬਿਮਾਨੰ ਭਿਆਨੰਤ ਆਏ। ਵਿਮਾਨਾਂ ਦੇ ਵਿੱਚ ਅਰੂੜ ਕੇ ਚੜ੍ਹ ਕੇ ਦੇਵਤੇ ਇਸ ਜਗ੍ਹਾ ਦੇ ਉੱਪਰ ਬੜੇ ਇਕੱਠੇ ਹੋ ਰਹੇ ਹਨ। ਜਹਾਂ ਗੈਨ ਕੋ ਖੇਹ ਤੇ ਸੈਨ ਛਾਏ। ਜਿੱਥੇ ਬੜਾ ਭਿਆਨਕ ਜੰਗ ਮਚਿਆ ਹੋਇਆ ਸੀ,
ਔਰ ਇਸ ਜੰਗ ਦੇ ਦਰਮਿਆਨ ਇੰਨੀ ਧੂੜ ਮਿੱਟੀ ਉੱਡੀ ਕਿ ਆਕਾਸ਼ ਮੰਡਲ ਵੀ ਰੇਤ ਮਿੱਟੀ ਦੇ ਨਾਲ ਛਾ ਜਾਂਦਾ ਹੈ। ਅਟਾਰੀ ਵਿਖੈ ਨਾਥ ਕੋ ਦੇਖ ਬੰਦੇ। ਫਿਰ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਜੋ ਇਹ ਅਟਾਰੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਭਾਏਮਾਨ ਸਨ। ਸਾਰੇ ਦੇਵਤਿਆਂ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ ਅਤੇ ਆਪਣੇ ਹੱਥ ਜੋੜ ਕੇ ਸੀਸ ਨਵਾ ਕੇ ਸਤਿਗੁਰੂ ਮਹਾਰਾਜ ਜੀਆਂ ਨੂੰ ਦੂਰ ਤੋਂ ਹੀ ਨਮਸਕਾਰਾਂ ਕਰਦੇ ਹਨ। ਲੜਾਈ ਬਿਲੋਕੈ ਪਰਿਓ ਦੀਹੀ ਦੁੰਦੇ। ਤਾਂ ਇੱਧਰ ਦੇਵਤੇ ਉਧਰ ਸਤਿਗੁਰੂ ਮਹਾਰਾਜ ਜੀ ਵੀ ਭਿਆਨਕ ਜੰਗ ਦੇਖਦੇ ਹਨ। ਕਨੇ ਗੰਧਰਬੰ ਸਿੱਧ ਆਏ ਆਕਾਸ਼ਾ। ਤੇ ਬਹੁਤ ਸਾਰੇ ਗੰਧਰਵ ਸਿੱਧ ਇਹ ਆਕਾਸ਼ ਦੇ ਵਿੱਚੋਂ ਆ ਕੇ ਇਹ ਜੰਗ ਦੇਖਣਾ ਕਰਦੇ ਹਨ। ਵੱਡੇ ਕਾਂਕ ਕੰਕੰ ਕਈ ਕੂਕ ਕੂਕੈ। ਇਸ ਭਿਆਨਕ ਜੰਗ ਦੇ ਵਿੱਚ ਬਹੁਤ ਸਾਰੇ ਕਾਂ ਦੀ ਆਵਾਜ਼ ਕਰਦੇ ਅਤੇ ਬਹੁਤ ਸਾਰੇ ਹੋਰ ਪੰਛੀ ਮਾਸਾਹਾਰੀ ਉਹ ਆਕਾਸ਼ ਦੇ ਵਿੱਚ ਕੂਕਦੇ ਦਿਖਾਈ ਦਿੱਤੇ, ਕਿਉਂਕਿ ਇਸ ਜੰਗ ਦੇ ਵਿੱਚ ਦੂਰ ਦੂਰ ਤੱਕ ਯੋਧੇ ਸੂਰਮਿਆਂ ਦੇ ਸਰੀਰ ਪਏ ਸਨ। ਔਰ ਜੋ ਇਸ ਜੰਗ ਦੇ ਵਿੱਚ ਸ਼ਹੀਦ ਹੋਏ ਸਨ, ਮਾਰੇ ਗਏ ਸਨ, ਔਰ ਇਹਨਾਂ ਦੇ ਸਰੀਰਾਂ ਦੇ ਢੇਰਾਂ ਦੇ ਢੇਰ ਲੱਗੇ ਪਏ ਹੋਏ ਹਨ। ਇਸ ਤਰ੍ਹਾਂ ਯੋਧੇ ਸੂਰਮਿਆਂ ਦੇ ਸਰੀਰ ਪਏ ਹਨ ਕਿ ਜਿਸ ਤਰ੍ਹਾਂ ਕੋਈ ਕੰਧ ਕੱਢ ਦਿੱਤੀ ਜਾਵੇ, ਐਡੇ ਐਡੇ ਢੇਰ ਲੱਗੇ ਹਨ ਕਿ ਦੂਸਰੇ ਪਾਸੇ ਦੀ ਚੀਜ਼ ਵਸਤੂ ਦਿਖਾਈ ਨਹੀਂ ਦਿੰਦੀ। ਤਾਂ ਆਕਾਸ਼ ਦੇ ਵਿੱਚੋਂ ਮਾਸਾਹਾਰੀ ਪੰਛੀ ਮਾਸ ਖਾਣ ਵਾਲੇ ਬੜੇ ਕਾਂ ਦੀ ਆਵਾਜ਼ ਦਿੰਦੇ ਹਨ। ਹੋਰ ਬੜੇ ਮਾਸਾਹਾਰੀ ਪੰਛੀ ਕੂਕਦੇ ਹਨ। ਪੱਖੈ ਮਾਸ ਸੂਰਾਨ ਤੇ ਕੇ ਤੀਰ ਢੂਕੈ। ਉਹ ਪੰਛੀ ਹੁਣ ਸੂਰਮਿਆਂ ਦੇ ਮਾਸ ਨੂੰ ਖਾਂਦੇ ਹਨ, ਨੋਚ ਕੇ। ਜੋ ਸਰੀਰ ਇਸ ਤਰ੍ਹਾਂ ਪ੍ਰਾਣਾਂ ਤੋਂ ਖਾਲੀ ਪਏ ਹਨ, ਇਹਨਾਂ ਨੂੰ ਆ ਕੇ ਇਹਨਾਂ ਦਾ ਮਾਸ ਖਾਣ ਵਾਲੇ ਜਾਨਵਰ ਇਸ ਸਥਾਨ ਤੇ ਮਾਸ ਖਾਂਦੇ ਹਨ। ਬਹਿਓ ਸ਼ਰੌਣ ਚਾਲਾ ਧਰਾ ਲਾਲ ਹੋਈ। ਇਹਨਾਂ ਯੋਧੇ ਸੂਰਮਿਆਂ ਦੇ ਸਰੀਰਾਂ ਦੇ ਵਿੱਚੋਂ ਨਿਕਲ ਕੇ ਖੋੜ ਇਸ ਤਰ੍ਹਾਂ ਦਾ ਭਿਆਨਕ ਇਹ ਜੰਗ ਦਾ ਮੈਦਾਨ ਬਣ ਜਾਂਦਾ ਹੈ ਕਿ ਜਿੱਥੇ ਕਿਤੇ ਖੂਨ ਹੀ ਖੂਨ ਨਜ਼ਰ ਆਉਂਦਾ ਹੈ, ਲੋਥਾਂ ਹੀ ਲੋਥਾਂ ਨਜ਼ਰ ਆਉਂਦੀਆਂ ਹਨ। ਕਵੀ ਜੀ ਕਹਿੰਦੇ ਇਸ ਤਰ੍ਹਾਂ ਯੋਧੇ ਸੂਰਮਿਆਂ ਦਾ ਖੂਨ ਬਿਥਰਿਆ ਹੈ, ਲੋਥਾਂ ਬਿਥਰੀਆਂ ਹਨ ਕਿ ਇਹ ਸਾਰੀ ਧਰਤੀ ਹੀ ਮਾਨੋ ਲਾਲ ਰੰਗ ਦੀ ਹੋ ਚੁੱਕੀ ਹੈ। ਕਸੁੰਬੀ ਮਨੋ ਚੂਨਰੀ ਲੀਨ ਜੋਈ। ਇੱਥੇ ਤੇ ਇਉਂ ਦਿਖਾਈ ਦੇ ਰਿਹਾ ਹੈ ਕਿ ਮਾਨੋ ਇਸ ਧਰਤੀ ਨੇ ਹੀ ਲਾਲ ਰੰਗ ਦੀ ਚੁੰਨੀ ਆਪਣੇ ਉੱਪਰ ਓढ़ ਕੇ ਰੱਖੀ ਹੋਵੇ। ਦਇਆ ਸਿੰਘ ਆਦੰ ਗੁਰੂ ਪਾਸ ਜੈ ਕੈ। ਤਾਂ ਫਿਰ ਭਾਈ ਦਇਆ ਸਿੰਘ ਜੀ ਅਤੇ ਹੋਰ ਗੁਰਸਿੱਖ ਇਕੱਠੇ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਪਾਸ ਪਹੁੰਚਦੇ ਹਨ। ਕਰੰ ਜੋਰ ਦੋਨੋਂ ਬਿਨੈ ਭਾਖ ਕਹਿ ਕੈ। ਭਾਈ ਦਇਆ ਸਿੰਘ ਜੀ ਅਤੇ ਹੋਰ ਗੁਰਸਿੱਖਾਂ ਨੇ ਯੋਧੇ ਸੂਰਮਿਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ। ਮਹਾਰਾਜ ਛੋਰੋ ਲੜਾਈ ਅਖਾਰਾ। ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ, ਸਾਡੀ ਬੇਨਤੀ ਨੂੰ ਮੰਨਣਾ ਕਰੋ। ਸਾਡੀ ਬੇਨਤੀ ਨੂੰ ਮੰਨ ਕੇ ਪ੍ਰਵਾਨ ਕਰਕੇ ਸਤਿਗੁਰੂ ਮਹਾਰਾਜ ਤੁਸੀਂ ਇਸ ਜੰਗ ਨੂੰ, ਇਸ ਲੜਾਈ ਨੂੰ ਛੱਡ ਕੇ ਚਲੇ ਜਾਵੋ। ਸਤਿਗੁਰਾਂ ਦੇ ਪਾਸ ਜਦ ਇਸ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ, ਪਿਆਨੋ ਕਹੂੰ ਕੋ ਕੀਜੈ ਕਰੀਜੈ ਕਿਨਾਰਾ। ਬੇਨਤੀਆਂ ਕੀਤੀਆਂ ਸੱਚੇ ਪਾਤਸ਼ਾਹ ਤੁਸੀਂ ਇਸ ਜੰਗ ਤੋਂ ਕਿਨਾਰਾ ਕਰ ਜਾਵੋ, ਇਸ ਜੰਗ ਤੋਂ ਬਾਹਰ ਨਿਕਲ ਜਾਵੋ। ਸਭੈ ਸਿੰਘ ਜੂਝੇ ਹਤੇ ਛਤਰ ਭਾਰੇ। ਆਪਣੇ ਤਕਰੀਬਨ 40 ਦੀ ਗਿਣਤੀ ਦੇ ਵਿੱਚ ਸਿੰਘ ਸਨ, ਜੋ ਤਕਰੀਬਨ ਸਾਰੇ ਹੀ ਸ਼ਹੀਦ ਹੋ ਚੁੱਕੇ ਹਨ। ਥੋੜੀ ਜਿਹੀ ਗਿਣਤੀ ਦੇ ਵਿੱਚ ਬਾਕੀ ਰਹਿ ਗਏ ਹਨ। ਔਰ ਸਤਿਗੁਰੂ ਮਹਾਰਾਜ ਸਾਡੀ ਤੇ ਬੇਨਤੀ ਇਹੀ ਹੈ ਕਿ ਆਪਣੇ ਯੋਧੇ ਸੂਰਮੇ ਤੇ ਸ਼ਹੀਦ ਹੋ ਚੁੱਕੇ ਹਨ, ਤੁਸੀਂ ਇਸ ਗੜੀ ਦੇ ਵਿੱਚੋਂ, ਇਸ ਜੰਗ ਦੇ ਵਿੱਚੋਂ ਬਾਹਰ ਨਿਕਲ ਕੇ ਚਲੇ ਜਾਵੋ। ਮਰੇ ਜੁਧ ਬੀਚੰ ਹਿਰਦੈ ਧੀਰ ਧਾਰੇ। ਭਾਵੇਂ ਆਪਣੇ ਯੋਧੇ ਸੂਰਮੇ ਬੜੀ ਧੀਰਜ ਨੂੰ ਧਾਰ ਕੇ
ਅਰ ਬੜੇ ਹੌਸਲੇ ਦੇ ਨਾਲ ਜੰਗ ਕਰਦੇ ਰਹੇ ਹਨ। ਬਚੈ ਆਪ ਕੋ ਦੇਹ ਚਾਹੈ ਜੁਝਾਰੇ। ਤੇ ਹੁਣ ਜਿੰਨੇ ਕੁ ਸਿੰਘ ਬਾਕੀ ਰਹਿ ਗਏ ਹਨ, ਸਾਰਿਆਂ ਦਾ ਮਤਾ ਇੱਕੋ ਹੀ ਹੈ, ਸਾਰਿਆਂ ਦੀ ਸਲਾਹ ਇੱਕੋ ਹੀ ਹੈ ਕਿ ਸੱਚੇ ਪਾਤਸ਼ਾਹ ਆਪ ਜੀਆਂ ਦੇ ਸਰੀਰ ਦੀ ਸੁੱਖ ਸ਼ਾਂਤ ਰਹਿਣੀ ਚਾਹੀਦੀ ਹੈ। ਜੇਕਰ ਆਪ ਜੀ ਇਸ ਤਰ੍ਹਾਂ ਸਰੀਰ ਕਰਕੇ ਠੀਕ ਠਾਕ ਰਹੋਗੇ ਤੇ ਇਸ ਗੜੀ ਤੋਂ ਬਾਹਰ ਜਾ ਕੇ ਹੋਰ ਵੀ ਬਹੁਤ ਯੋਧੇ ਸੂਰਮਿਆਂ ਦੀ ਸੈਨਾ ਨੂੰ ਦੁਆਰਾ ਫਿਰ ਤੁਸੀਂ ਇਸੇ ਤਰ੍ਹਾਂ ਕਾਮਯਾਬ ਕਰ ਲਵੋਗੇ। ਔਰ ਅਸੀਂ ਇਸ ਗੜੀ ਦੇ ਵਿੱਚ ਰਹਿੰਦੇ ਹਾਂ, ਦੁਸ਼ਮਣਾਂ ਦੀਆਂ ਫੌਜਾਂ ਦੇ ਨਾਲ ਜੰਗ ਕਰਦੇ ਹਾਂ, ਔਰ ਤੁਸੀਂ ਇਸ ਗੜੀ ਤੋਂ ਬਾਹਰ ਜਾਵੋ ਤਾਂ ਕਿ ਤੁਹਾਡੇ ਸਰੀਰ ਦੀ ਸੁੱਖ ਸ਼ਾਂਤ ਰਹੇ ਤੇ ਅੱਗੇ ਨੂੰ ਤੁਸੀਂ ਹੋਰ ਯੋਧੇ ਸੂਰਮੇ ਤਿਆਰ ਕਰਕੇ ਇਹਨਾਂ ਦਾ ਮੁਕਾਬਲਾ ਕਰ ਸਕੋ। ਤਜੋ ਜੰਗ ਕੋ ਢੰਗ ਹੂਜੈ ਕਿਨਾਰੇ। ਇਹ ਜੋ ਜੰਗ ਦਾ ਢੰਗ ਹੈ, ਇਹ ਜੋ ਜੰਗ ਦਾ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ, ਇਸ ਦੇ ਵਿੱਚੋਂ ਤੁਸੀਂ ਬਾਹਰ ਚਲੇ ਜਾਵੋ। ਕਨੀ ਬੇਨਤੀ ਸ਼ਰੂਏ ਸਿੰਘਾਨ ਕੇਰੀ। ਜਦ ਇਹਨਾਂ ਸਿੰਘਾਂ ਨੇ ਬੜੀਆਂ ਬਾਰ-ਬਾਰ ਬੇਨਤੀਆਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਕੀਤੀਆਂ। ਹਸੇ ਦੀਨ ਦਇਆਲੰ ਭਨਿਓ ਤਾਹੇ ਬੇਰੀ। ਆਪਣੇ ਮੁਖਾਰ ਬਿੰਦ ਤੋਂ ਮੁਸਕਰਾਉਂਦੇ ਹੋਏ ਹੱਸਦੇ ਹੋਏ ਸਤਿਗੁਰੂ ਮਹਾਰਾਜ ਇਹਨਾਂ ਦੇ ਨਾਲ ਬਚਨ ਬਿਲਾਸ ਕਰਦੇ ਹਨ। ਵਿਖੋ ਖੱਗ ਕੇ ਤੰਗ ਬਿਲਾਸੰ ਤਮਾਸ਼ਾ। ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਦੇਖੋ, ਤੁਸੀਂ ਇਸ ਜੰਗ ਦੇ ਮੈਦਾਨ ਦੇ ਵਿੱਚ ਹੁਣ ਕਿਵੇਂ ਖੰਡਾ ਖੜਕਦਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਦੇ ਕੌਤਕ ਨੂੰ ਤੁਸੀਂ ਆਪਣੇ ਅੱਖਾਂ ਦੇ ਨਾਲ ਦੇਖੋ ਕਿ ਉਹ ਕੀ ਕੌਤਕ ਵਰਤਾ ਰਿਹਾ ਹੈ। ਕਰੋ ਬੇਗ ਤੇ ਬੇਈਮਾਨੈ ਬਿਨਾਸ਼ਾ। ਇਹਨਾਂ ਬੇਈਮਾਨ ਤੁਰਕਾਂ ਮੁਗਲਾਂ ਔਰ ਪਹਾੜੀਆਂ ਦੇ ਕਿਸ ਤਰ੍ਹਾਂ ਨਾਸ ਹੁੰਦਾ ਹੈ, ਤੁਸੀਂ ਆਪ ਦੇਖਣਾ ਕਰੋ। ਸਵਈਆ ਸ਼੍ਰੀ ਮੁਖ ਤੇ ਸੁਨ ਕੈ ਨਿਕਸੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਮੁਸਕਰਾਉਂਦੇ ਹੋਏ ਇਹਨਾਂ ਦੇ ਨਾਲ ਇਸ ਤਰ੍ਹਾਂ ਵੀਰਤਾ ਦੇ ਬਚਨ ਕੀਤੇ ਤਾਂ ਸਤਿਗੁਰਾਂ ਦੇ ਬਚਨ ਹੋਣ ਤੋਂ ਬਾਅਦ ਹੋਰ ਯੋਧੇ ਸੂਰਮੇ ਇਸ ਗੜੀ ਤੋਂ ਬਾਹਰ ਜਾ ਕੇ ਜੰਗ ਕਰਨ ਲਈ ਤਿਆਰ ਹੋ ਜਾਂਦੇ ਹਨ। ਤਜ ਪੌਰ ਕੁਠੌਰ ਹੈ ਦੌਰ ਅਗਾਰੀ। ਤਾਂ ਹੋਰ ਯੋਧੇ ਸੂਰਮੇ ਇਸ ਗੜੀ ਦੇ ਵਿੱਚੋਂ ਬਾਹਰ ਨਿਕਲ ਕੇ ਜੰਗ ਕਰਦੇ ਹਨ। ਮੋਹਰ ਸਿੰਘ ਸੋ ਕੀਰਤ ਸਿੰਘ। ਇਹਨਾਂ ਸਿੰਘਾਂ ਦੇ ਨਾਮ ਕਵੀ ਜੀ ਲਿਖਦੇ ਹਨ ਕਿ ਪੰਜੇ ਮੁਕਤਿਆਂ ਦੀ ਸ਼ਹੀਦੀ ਤੋਂ ਬਾਅਦ ਹੁਣ ਇਹ ਸਿੰਘ ਚੱਲੇ ਹਨ। ਮੋਹਰ ਸਿੰਘ ਅਤੇ ਇਸ ਤਰ੍ਹਾਂ ਦੇ ਹੋਰ ਸਿੰਘ ਹਨ। ਆਨੰਦ ਮ੍ਰਿਗਿੰਦ ਚੱਲਿਓ ਬਲ ਭਾਰੀ। ਭਾਈ ਆਨੰਦ ਸਿੰਘ ਨਾਮ ਕਰਕੇ ਇਹ ਵੀ ਬੜੇ ਭਾਰੇ ਯੋਧੇ ਸੂਰਮੇ ਸਨ। ਲਾਲ ਜੋ ਸਿੰਘ ਸੋ ਕੇਸਰਾ ਸਿੰਘ। ਇਹਨਾਂ ਦੇ ਨਾਲ ਭਾਈ ਲਾਲ ਸਿੰਘ, ਭਾਈ ਕੇਸਰਾ ਸਿੰਘ, ਇਹ ਵੀ ਸਤਿਗੁਰੂ ਮਹਾਰਾਜ ਜੀਆਂ ਦੀ ਆਗਿਆ ਲੈ ਕੇ ਇਸ ਗੜੀ ਤੋਂ ਬਾਹਰ ਹੋ ਕੇ ਜੰਗ ਕਰਨਾ ਚਾਹੁੰਦੇ ਹਨ। ਅਮੋਲਕ ਸਿੰਘ ਲਹੇ ਫਲਚਾਰੀ। ਭਾਈ ਅਮੋਲਕ ਸਿੰਘ, ਲਾਲ ਸਿੰਘ, ਕੇਸਰਾ ਸਿੰਘ, ਇਸ ਤਰ੍ਹਾਂ ਇਹ ਸਿੰਘ ਹੁਣ ਚਾਰੇ ਪਦਾਰਥਾਂ ਨੂੰ ਪ੍ਰਾਪਤ ਕਰਨ ਦੇ ਵਾਸਤੇ ਚੱਲੇ ਹਨ, ਕਿਉਂਕਿ ਇਹ ਜੰਗ ਦੇ ਦਰਮਿਆਨ ਜੋ ਵੀ ਸਿੰਘ ਸ਼ਹੀਦ ਹੁੰਦੇ ਹਨ ਨਾ, ਤੇ ਇਹਨਾਂ ਸਿੰਘਾਂ ਨੂੰ ਉਹ ਬੜੀ ਵੱਡੀ ਪਦਵੀ ਸਤਿਗੁਰੂ ਬਖਸ਼ਦੇ ਹਨ, ਪ੍ਰਾਪਤ ਹੁੰਦੀ ਹੈ, ਜਿਹੜੀ ਪਦਵੀ ਕਿਤੇ ਵੱਡੇ ਵੱਡੇ ਰਿਸ਼ੀ ਮੁਨੀਆਂ ਨੂੰ ਹਜ਼ਾਰਾਂ ਬਰੇ ਤਪ ਕਰਕੇ ਤਪੱਸਿਆ ਕਰਕੇ ਵੀ ਪ੍ਰਾਪਤ ਨਹੀਂ ਹੁੰਦੀ। ਔਰ ਇੱਥੇ ਇੱਕ ਘੜੀ ਦੇ ਵਿੱਚ ਜੰਗ ਕਰਕੇ ਔਰ ਸ਼ਹੀਦੀ ਪ੍ਰਾਪਤ ਕਰਕੇ ਯੋਧੇ ਸੂਰਮਿਆਂ ਨੂੰ ਉਹ ਪਦਵੀਆਂ ਪ੍ਰਾਪਤ ਹੋ ਰਹੀਆਂ ਹਨ। ਨਾ ਅਸ ਅਵਸਰ ਹਾਥ ਪਰੈ ਪੁਨ। ਇਹ ਯੋਧੇ ਸੂਰਮੇ ਬੜੇ ਹੌਸਲੇ ਦੇ ਨਾਲ ਜਾਂਦੇ ਹਨ, ਬੜੇ ਚਾਅ ਦੇ ਨਾਲ ਜਾਂਦੇ ਹਨ ਕਿ ਇਹੋ ਜਿਹਾ ਸਮਾਂ ਸਾਨੂੰ ਦੁਬਾਰਾ ਹੱਥ ਨਹੀਂ ਲੱਗੇਗਾ ਕਿ ਇੱਕ ਘੜੀ ਜੰਗ ਕਰਕੇ ਬੜੀਆਂ ਵੱਡੀਆਂ ਪਦਵੀਆਂ ਪਰਮ ਪਦਵੀਆਂ ਨੂੰ ਪ੍ਰਾਪਤ ਕੀਤਾ ਜਾਵੇ। ਜੇ ਹੋਏ ਸੰਮਤ ਬੈਸ ਹਜ਼ਾਰੀ। ਹੁਣ ਇਹ ਯੋਧੇ ਸੂਰਮੇ ਸੋਚਦੇ ਹਨ ਕਿ ਜੇਕਰ ਹਜ਼ਾਰਾਂ ਵਰਸਾਂ ਦਾ ਤਪ ਕੀਤਾ ਜਾਵੇ, ਹੇਲ ਕੋ ਮੇਲਤ ਨੇਰ ਕਰਿਓ ਰਿਪ। ਹਜ਼ਾਰਾਂ ਵਰਸਾਂ ਦਾ ਤਪ ਕਰਨ ਤੋਂ ਬਾਅਦ ਫਿਰ ਵੀ ਇਹ
ਪਦਵੀਆਂ ਪ੍ਰਾਪਤ ਨਹੀਂ ਹੁੰਦੀਆਂ, ਜਿਹੜੀਆਂ ਪਦਵੀਆਂ ਜੰਗ ਦੇ ਦਰਮਿਆਨ ਸ਼ਹੀਦੀ ਪ੍ਰਾਪਤ ਕਰਕੇ ਪ੍ਰਾਪਤ ਹੋ ਜਾਂਦੀਆਂ ਹਨ। ਪੌਰ ਕੇ ਠੌਰ ਕੋ ਜੇ ਗਨ ਆਏ। ਹੁਣ ਉਹ ਯੋਧੇ ਸੂਰਮੇ ਜੋ ਤੁਰਕਾਂ ਅਤੇ ਪਹਾੜੀਆਂ ਦੀਆਂ ਫੌਜਾਂ ਦੇ ਵਿੱਚ ਜਾਂਦੇ ਸਨ, ਜਾਣਸਰ ਐਸਾ ਭਿਆਨਕ ਯੁੱਧ ਮਚਾਉਂਦੇ ਕਿ ਦੁਸ਼ਮਣਾਂ ਦੀਆਂ ਫੌਜਾਂ ਦੂਰ ਦੂਰ ਦੌੜ ਜਾਂਦੀਆਂ ਹਨ। ਕਾਢ ਕਿਰਪਾਨ ਪਰੇ ਤਬ ਸਿੰਘ। ਤੇ ਪੰਜੇ ਸਿੰਘ ਜਦ ਕਿਰਪਾਨਾਂ ਕੱਢ ਕੇ ਅਰ ਭੁੱਖੇ ਸ਼ੇਰ ਦੀ ਤਰ੍ਹਾਂ ਟੁੱਟ ਕੇ ਪੈ ਜਾਂਦੇ ਹਨ, ਤੇ ਸਾਰੇ ਦੀਆਂ ਸਾਰੀਆਂ ਫੌਜਾਂ ਜਿਹੜਾ ਅੱਗੇ ਅੜਦਾ ਹੈ ਉਹਨਾਂ ਦੇ ਪ੍ਰਾਣਾਂ ਦਾ ਨਾਸ ਹੋ ਜਾਂਦਾ ਹੈ। ਜਿਹੜਾ ਕੋਈ ਦੌੜ ਕੇ ਦੂਰ ਪਹੁੰਚ ਜਾਂਦਾ ਹੈ ਕੇਵਲ ਉਹਨਾਂ ਦਾ ਹੀ ਬਚਾਅ ਹੁੰਦਾ ਹੈ। ਤਛਾ ਮੁੱਛ ਕੈ ਪੁੰਨ ਦੂਰ ਹਟਾਏ। ਇਹਨਾਂ ਪੰਜਾਂ ਸਿੰਘਾਂ ਨੇ ਵੀ ਪਹਿਲਾਂ ਦੇ ਸਿੰਘਾਂ ਦੀ ਤਰ੍ਹਾਂ ਇਸ ਤਰ੍ਹਾਂ ਬੜਾ ਭਿਆਨਕ ਜੰਗ ਕੀਤਾ। ਇਸ ਤਰ੍ਹਾਂ ਤੁਰਕਾਂ ਮੁਗਲਾਂ ਪਹਾੜੀਆਂ ਦੀਆਂ ਸੈਨਾ ਦੀ ਕਟਾ ਵੱਢੀ ਕੀਤੀ ਕਿ ਇੱਥੇ ਲੋਥਾਂ ਦੇ ਢੇਰਾਂ ਦੇ ਢੇਰ ਲੱਗ ਜਾਂਦੇ ਹਨ, ਔਰ ਇਸ ਤਰ੍ਹਾਂ ਜੰਗ ਦੇ ਵਿੱਚ ਤਰਥੱਲੀ ਮਚਾ ਦਿੰਦੇ ਹਨ। ਜਿਸ ਜੰਗ ਨੂੰ ਦੇਖ ਕੇ ਪਹਿਲਾਂ ਦੀ ਤਰ੍ਹਾਂ ਹੁਣ ਦੁਸ਼ਮਣਾਂ ਦੀਆਂ ਫੌਜਾਂ ਖਵਾਜਾ ਮਰਦੂਦ ਇਹ ਵਜੀਦ ਖਾਂ ਆਦਿ ਬੜੇ ਹੈਰਾਨ ਹੋ ਜਾਂਦੇ ਹਨ ਕਿ ਕਿੱਥੇ ਇਹ ਕਮਜ਼ੋਰ ਸਰੀਰਾਂ ਵਾਲੇ ਗੁਰਸਿੱਖ, ਕਿੱਥੇ ਵੱਡੇ ਵੱਡੇ ਯੋਧੇ ਸੂਰਮੇ ਇਹਨਾਂ ਦੇ, ਪਰ ਇਹ ਯੋਧੇ ਸੂਰਮੇ ਗੁਰੂ ਕੇ ਇਹ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੀਆਂ ਫੌਜਾਂ ਦਾ ਨਾਸ ਕਰ ਰਹੇ ਹਨ। ਹੁਣ ਅੱਗੇ ਜਿਸ ਪ੍ਰਕਾਰ ਤੁਰਕਾਂ ਮੁਗਲਾਂ ਦੀਆਂ ਫੌਜਾਂ ਦੇ ਵਿੱਚੋਂ ਇਹਨਾਂ ਦੇ ਸਰਦਾਰ ਨਾਹਰ ਖਾਨ, ਗੈਰਤ ਖਾਂ ਆਦਿ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਇੱਕ ਇੱਕ ਤੀਰ ਮਾਰ ਕੇ ਉਲਟਾ ਕੇ ਸਿੱਟ ਦੇਣਾ ਹੈ। ਇੱਕ ਇੱਕ ਤੀਰ ਮਾਰ ਕੇ ਸਤਿਗੁਰਾਂ ਇਹਨਾਂ ਦੇ ਸਰਦਾਰਾਂ ਨੂੰ ਖਤਮ ਕਰ ਦੇਣਾ ਹੈ। ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਹੇਲ ਕੋ ਮੇਲਤ ਨੇਰ ਕਰਿਓ ਰਿਪ। ਪੌਰ ਕੇ ਠੌਰ ਕੋ ਜੇ ਗਨ ਆਏ। ਕਾਢ ਕਿਰਪਾਨ ਪਰੇ ਤਬ ਸਿੰਘ। ਤਛਾ ਮੁੱਛ ਕੈ ਪੁੰਨ ਦੂਰ ਹਟਾਏ। ਹੇਲ ਕੋ ਮੇਲਤ ਨੇਰ ਕਰਿਓ ਰਿਪ। ਪੌਰ ਕੇ ਠੌਰ ਕੋ ਜੇ ਗਨ ਆਏ। ਕਾਢ ਕਿਰਪਾਨ ਪਰੇ ਤਬ ਸਿੰਘ। ਤਛਾ ਮੁੱਛ ਕੈ ਪੁੰਨ ਦੂਰ ਹਟਾਏ। ਇਹ ਅਚੁੱਤ ਇਹ ਪਾਰ ਬ੍ਰਹਮ ਅਬਿਨਾਸੀ ਅਗਨਾਸ। ਇਹ ਪੂਰਨ ਇਹ ਸਰਬ ਮੈਂ ਦੁਖ ਭੰਜਨ ਗੁਣ।